ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਪਿਆਰਿਓ, ਅੱਜ ਇੱਕ ਵਿਸਾਖ ਹੈ ਜੀ। ਵਿਸਾਖ ਦੇ ਪਵਿੱਤਰ ਦਿਹਾੜੇ ਦੇ ਭਾਵ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਆਪ ਜੀ ਨੂੰ ਕੋਟਨ ਕੋਟ ਮੁਬਾਰਕਾਂ। ਅਤੇ ਦੂਸਰਾ ਬਹੁਤ ਹੀ ਸਿੱਖ ਧਰਮ ਦਾ ਮਹਾਨ ਇਤਿਹਾਸਿਕ ਦਿਹਾੜਾ, ਖਾਲਸਾ ਪੰਥ ਦੀ ਸਿਰਜਣਾ ਹੋਈ ਜਿਸ ਦਿਨ, ਅਤੇ ਵਿਸਾਖੀ ਦਾ ਤਿਉਹਾਰ ਹੈ ਜੀ। ਅਤੇ ਵਿਸਾਖੀ ਦੇ ਤਿਉਹਾਰ 'ਤੇ ਆਪ ਸਭਨਾਂ ਨੂੰ ਕੋਟਨ ਕੋਟ ਮੁਬਾਰਕਾਂ। ਅਤੇ ਅੱਜ ਸਾਡੇ ਨਾਲ ਵਿਸਾਖੀ ਦੇ ਪਾਵਨ ਪਵਿੱਤਰ ਤਿਉਹਾਰ 'ਤੇ ਵਿਚਾਰਾਂ ਕਰਨ ਦੇ ਲਈ, ਇਤਿਹਾਸ ਵਾਚਣ ਦੇ ਲਈ ਅਤੇ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਆਪਣੇ ਵਿਚਾਰ ਰੱਖਣ ਦੇ ਲਈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ, ਭਾਈ ਗੁਰਪਾਲ ਸਿੰਘ ਤਿੰਮੋਵਾਲ ਜੀ। ਆਓ ਸਵਾਗਤ ਕਰਦੇ ਹਾਂ, ਗੁਰਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਜੀ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਅਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਅਤੇ ਸੰਗਰਾਂਦ ਦੀਆਂ ਜੀ। ਅਤੇ ਅਸੀਂ ਚਾਹੁੰਦੇ ਹਾਂ ਸੰਗਤਾਂ ਨੂੰ ਵੀ ਇਹ ਖੁਸ਼ੀਆਂ ਜ਼ਾਹਿਰ ਕਰਦੇ ਹੋਏ ਅਤੇ ਅੱਜ ਦੀ ਜਿਹੜੀ ਸਾਂਝ ਹੈ ਫਤਿਹ ਦੀ ਬੁਲਾਉਂਦੇ ਹੋਏ ਅਤੇ ਮੁਬਾਰਕਬਾਦ ਦੇ ਦਿੱਤੀ ਜਾਵੇ ਜੀ। ਖਾਲਸਾ ਪ੍ਰਗਟ ਦਿਵਸ ਦੀਆਂ ਔਰ ਵਿਸਾਖ ਮਹੀਨੇ ਦੀਆਂ ਸਮੂਹ ਸੰਗਤ ਨੂੰ, ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਆਪਣੇ ਚਰਨਾਂ ਦੀ ਪ੍ਰੀਤੀ, ਨਾਮ ਦੀ ਦਾਤ ਬਖਸ਼ਣ ਔਰ ਸਾਡੇ ਜੀਵਨ ਵਿੱਚ ਵੀ ਉਹ ਗੁਣ ਪ੍ਰਗਟ ਹੋ ਜਾਣ ਜੋ ਵਿਸਾਖੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੌਂਪੇ ਸਨ, ਜੋ ਦਿੱਤੇ ਸਨ ਖਾਲਸਾਈ ਰੂਪ ਦੇ ਵਿੱਚ ਜੀ। ਗੁਰੂ ਪਿਆਰਿਓ, ਵਿਸਾਖੀ ਦਾ ਜਿੱਥੇ ਸੱਭਿਆਚਾਰਕ ਮਹੱਤਵ ਹੈ, ਉੱਥੇ ਸਮਾਜਿਕ ਅਤੇ ਧਾਰਮਿਕ ਮਹੱਤਵ ਜਿਹੜੀ ਇਸ ਤਿਉਹਾਰ ਦੀ ਆਪਣੀ ਹੀ ਹੈ, ਵਿਲੱਖਣਤਾ ਹੈ ਆਪਣੀ ਹੀ। ਸਿੰਘ ਸਾਹਿਬ, ਅਸੀਂ ਵਿਸਾਖੀ ਦੇ ਨਾਲ ਸੰਬੰਧਿਤ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਸਾਡੇ ਦੇਸੀ ਮਹੀਨਿਆਂ ਦੀ, ਵਿਸਾਖ ਮਹੀਨੇ ਦੀ ਗੱਲ ਕਰਾਂਗੇ। ਬਾਅਦ ਦੇ ਵਿੱਚ ਅਸੀਂ ਵਿਚਾਰਾਂ ਲਵਾਂਗੇ ਗੁਰ ਇਤਿਹਾਸ ਨਾਲ ਸੰਬੰਧਿਤ ਜਿਹੜਾ ਦਿਹਾੜਾ ਹੈ ਸਾਡਾ, ਉਸ 'ਤੇ ਵੀ ਗੱਲ ਕਰਾਂਗੇ, ਇਸ ਦਿਨ ਦੀ ਮਹੱਤਤਾ ਦੀ ਗੱਲ ਕਰਾਂਗੇ। ਪਰ ਜੇਕਰ ਸਭ ਤੋਂ ਪਹਿਲਾਂ ਵੇਖਿਆ ਜਾਵੇ, ਇੱਕ ਵਿਸਾਖ ਹੈ ਅਤੇ ਵਿਸਾਖ ਦੇ ਮਹੀਨੇ ਦੀ ਸੁੰਦਰਤਾ, ਵਿਸਾਖ ਦੇ ਮਹੀਨੇ ਦੀ ਮਹੱਤਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਾਗ ਤੁਖਾਰੀ ਦੇ ਵਿੱਚ 12ਵਾਂ ਮਾਝ ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 12ਵਾਂ ਮਾਝ ਦੇ ਵਿੱਚ ਕਰਦੇ ਨੇ। ਰਾਗ ਤੁਖਾਰੀ 'ਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 12ਵਾਂ ਲਿਖਿਆ, ਭਾਵੇਂ ਕਿ ਵੱਖ-ਵੱਖ ਸਮੇਂ ਦੇ ਉੱਪਰ ਵੱਖ-ਵੱਖ ਕਵੀਆਂ ਨੇ ਕੁਦਰਤ ਦੇ ਸੁੰਦਰਤਾ ਤੋਂ ਬਲਿਹਾਰੇ ਜਾਂਦੇ ਹੋਏ 12 ਮਾਹ ਲਿਖੇ ਨੇ। ਕਾਫੀ 12 ਮਾਹ ਲਿਖੇ ਆਉਂਦੇ ਨੇ, ਪਰ ਗੁਰਮਤਿ ਸਾਹਿਤ ਦੇ ਵਿੱਚ 3 12 ਮਾਹ ਜਿਹੜੇ ਮਕਬੂਲ ਹੁੰਦੇ ਨੇ, ਲਿਖਤੀ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੇ ਨੇ, ਜਿਹਦੇ ਵਿੱਚ ਇੱਕ ਮਾਹ ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ। ਅਤੇ ਇਸ ਮਹੀਨੇ ਦੀ ਵਿਸ਼ਾਲਤਾ, ਸੁੰਦਰਤਾ, ਮਹੱਤਤਾ, ਪਹਿਲਾਂ ਉਹਦੇ ਪਰ ਅਸੀਂ ਗੱਲ ਕਰਾਂਗੇ ਕਿ ਗੁਰੂ ਸਾਹਿਬਾਨ 12 ਮਹੀਨਿਆਂ ਦੇ ਵਿੱਚੋਂ ਵਿਸਾਖ ਮਹੀਨੇ ਦੀ ਜਿਹੜੀ ਅਦਭੁਤ ਹੈ, ਜਿਹੜੀ ਵਿਸ਼ਾਲਤਾ ਹੈ, ਮਹਾਨਤਾ, ਉਹ ਕਿਵੇਂ ਬਿਆਨ ਕਰ ਦਿੰਦੇ ਨੇ ਜੀ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਤੁਖਾਰੀ ਅੰਦਰ ਜੋ ਵਿਸਾਖ ਮਹੀਨੇ ਪ੍ਰਤੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਜੀ। ਵਿਸਾਖ ਭਲਾ ਸਾਖਾਂ ਵੇਸ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਦਿਹਾੜਾ ਇਸ ਕਰਕੇ ਚੁਣਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦਰਖਤ ਵੀ ਆਪਣੀਆਂ ਸ਼ਾਖਾਵਾਂ ਜਿਹੜੀਆਂ ਹੈ ਉਹਨਾਂ 'ਤੇ ਵੇਸ ਪਹਿਨ ਲੈਂਦੇ ਜੀ। ਕਿਉਂਕਿ ਪਹਿਲਾਂ ਪੱਤਝੜ ਹੋਣ ਕਰਕੇ ਪੱਤੇ ਝੜੇ ਹੁੰਦੇ ਜੀ। ਵਿਸਾਖ ਮਹੀਨੇ ਵਿੱਚ ਮੁਕੰਮਲ ਤੌਰ 'ਤੇ ਦਰਖਤ ਜਿਹੜੇ ਆ ਉਹ ਨਵਾਂ ਰੂਪ ਧਾਰਨ ਕਰ ਲੈਂਦੇ ਔਰ ਜਿਹੜੇ ਚੇਤ ਵਿੱਚ ਨਹੀਂ ਫੁੱਟ ਸਕੇ ਉਹ ਵਿਸਾਖ ਵਿੱਚ ਫੁੱਟ ਜਾਂਦੇ। ਸੋ ਗੁਰੂ ਪਾਤਸ਼ਾਹ ਜੀ ਨੇ ਵਿਸਾਖੀ ਮਹੀਨੇ ਦੇ ਵਿੱਚ, ਵਿਸਾਖ ਦੇ ਮਹੀਨੇ ਵਿੱਚ ਜ਼ਿਕਰ ਕੀਤਾ ਕਿ ਜਿਵੇਂ ਵਿਸਾਖ ਦੇ ਮਹੀਨੇ ਵਿੱਚ ਦਰਖਤ ਆਪਣੀਆਂ ਸ਼ਾਖਾਵਾਂ 'ਤੇ ਵੇਸ ਧਾਰਨ ਕਰ ਲੈਂਦੇ, ਹੇ ਪ੍ਰਭੂ ਸਾਡੀ ਮੱਤ 'ਤੇ ਵੀ ਇੱਕ ਨਵਾਂ ਵੇਸ਼ ਬਣੇ, ਇਹ ਸਾਡੇ ਸਰੀਰ 'ਤੇ ਵੀ ਇੱਕ ਨਵਾਂ ਵੇਸ਼ ਬਣੇ, ਸਾਡੀ ਵਿਚਾਰਧਾਰਾ ਦਾ ਵੀ ਇੱਕ ਵੇਸ਼ ਬਦਲੇ ਜੀ। ਕਿਉਂਕਿ ਜੇ ਦਰਖਤ ਨੇ ਜਿਹੜੇ ਪੁਰਾਣੇ ਪੱਤੇ ਛੱਡ ਕੇ ਨਵੇਂ ਚੁਣ ਲਏ, ਇਸੇ ਤਰ੍ਹਾਂ ਅਸੀਂ ਵੀ ਪੁਰਾਣੇ ਵਿਚਾਰ ਜਿਹੜੇ ਉਹ ਛੱਡ ਕੇ ਨਵੇਂ ਵਿਚਾਰਾਂ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰੀਏ। ਜੇ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਕੋਈ ਸੁੱਕਾਪਨ ਹੈ, ਗਿਰਾਵਟ ਹੈ, ਉਹਨੂੰ ਖਤਮ ਕਰਕੇ ਮੈਂ ਆਪਣੇ ਵਿਚਾਰਾਂ 'ਤੇ
ਆਪਣੇ ਜੀਵਨ ਤੇ ਹਰਿਆਲੀ ਲੈ ਕੇ ਆਵਾਂ। ਵਿਸਾਖ ਮਹੀਨੇ ਵਿੱਚ ਜਿਹੜਾ ਪਰਿਵਰਤਨ ਕੁਦਰਤ ਕਰ ਰਹੀ ਹੈ, ਇਸ ਪਰਿਵਰਤਨ ਦਾ ਮੈਂ ਵੀ ਹਿੱਸਾ ਬਣਾ। ਇਹ ਨਾ ਹੋਵੇ ਬਾਕੀ ਸਾਰਾ ਕੁਝ ਬਦਲ ਜਾਏ ਤੇ ਮੈਂ ਉੱਥੇ ਹੀ ਖਲੋਤਾ ਹੋਵਾਂ ਜੀ। ਸੋ ਉਹਨਾਂ ਨੇ ਜ਼ਿਕਰ ਕੀਤਾ, ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ। ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਜਿਵੇਂ ਇੱਕ ਪਤਨੀ ਜਿਹੜੀ ਹੈ ਬਹਿਬਲ ਹੋਈ ਆਪਣੀ ਪਤੀ ਦੀ ਉਡੀਕ ਵਿੱਚ ਖੜੀ ਰਹਿੰਦੀ ਹੈ, ਮੈਂ ਵੀ ਉਸ ਤਰ੍ਹਾਂ ਉਸ ਇਸਤਰੀ ਦੀ ਤਾਂਘ ਵਾਂਗ ਖੜਾ ਹੈ ਵੀ ਤੂੰ ਕਿਰਪਾ ਦਇਆ ਕਰਕੇ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਵਸ। ਕਿਉਂਕਿ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਜੀ। ਕਹਿੰਦੇ ਵੀ ਤੂੰ ਘਰ ਆਏਗਾ ਤੇ ਮੇਰਾ ਮੁੱਲ ਤਾਂ ਵਧਣਾ ਤੇ ਤਾਂ ਇਹ ਨਾ ਤਰਿਆ ਜਾਣ ਵਾਲਾ ਸੰਸਾਰ ਮੈਂ ਤਰ ਸਕਦਾ ਜੀ। ਦੋ ਤਰ ਦਾ ਭਾਵ ਇਹ ਆ ਜਿਹਦੇ ਦੋ ਪਾਸੇ ਹੋਣ ਵੀ ਇਹ ਸੰਸਾਰ ਦੇ ਜਿਹੜੇ ਨੇ ਇਹ ਦੋ ਪਾਸੇ ਨੇ ਜੀ। ਇਹਨਾਂ ਦੋ ਪਾਸਿਆਂ ਦੇ ਵਿੱਚੋਂ ਜਿਹੜਾ ਮਨੁੱਖ ਉੱਪਰਲੇ ਲੈਵਲ ਤੇ ਚਲਿਆ ਜਾਂਦਾ ਹੈ ਉਹਨੂੰ ਹੀ ਮੁਕਤ ਗਿਣਿਆ ਜਾਂਦਾ ਹੈ ਜੀ। ਸੋ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜਾ ਉੱਪਰਲੇ ਲੈਵਲ ਤੋਂ ਭਾਵ ਜਿਹੜਾ ਦੁੱਖ ਸੁੱਖ ਤੋਂ ਉੱਪਰ ਹਾਂ ਦੁੱਖ ਸੁੱਖ ਤੋਂ ਉੱਪਰ, ਕਿਉਂਕਿ ਜ਼ਿੰਦਗੀ ਤੇ ਮੌਤ ਮਨੁੱਖ ਨਾਲ ਆਪ ਸੋਚ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੈ ਜੀ। ਜ਼ਿੰਦਗੀ ਹੈ ਤੇ ਮੌਤ ਹੈ, ਦੁੱਖ ਹੈ ਸੁੱਖ ਹੈ, ਖੁਸ਼ੀ ਹੈ ਗਮੀ ਹੈ, ਹਨੇਰਾ ਚਾਨਣ ਹੈ ਜੀ, ਕੁਦਰਤ ਦੇ ਨਿਯਮ। ਪਰ ਜਿਹੜਾ ਦੁੱਖ ਤੇ ਸੁੱਖ ਤੋਂ ਉੱਪਰ ਉੱਠ ਕੇ ਆਨੰਦ ਵਿੱਚ ਟਿਕ ਜਾਂਦਾ ਹੈ ਫਿਰ ਉਹਦਾ ਕੋਈ ਵਿਰੋਧੀ ਲਫ਼ਜ਼ ਨਹੀਂ ਰਹਿੰਦਾ। ਤਾਂ ਉਸ ਅਵਸਥਾ ਵਿੱਚ ਉਹ ਕਹਿੰਦੇ ਸਾਨੂੰ ਟਿਕਾਓ। ਸੋ ਵਿਸਾਖ ਮਹੀਨੇ ਪ੍ਰਤੀ ਗੁਰੂ ਅਰਜਨ ਸਾਹਿਬ ਜੀ ਨੇ 12ਵਾਂ ਮਾਝ ਵਿੱਚ ਫਰਮਾਨ ਕੀਤਾ ਹੈ ਕਿ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਮਨੁੱਖਾਂ ਨੂੰ ਆਨੰਦ ਮਿਲਦਾ ਜਿਹੜੇ ਰੱਬ ਨਾਲ ਜੁੜੇ ਤੇ ਜਿਹੜੇ ਵਿਸਾਖ ਧੀਰਨ ਕਿਉਂ ਵਾਢੀਆਂ, ਜਿਹੜੀਆਂ ਰੱਬ ਨਾਲੋਂ ਵੱਡੀਆਂ ਹੋਈਆਂ ਜੀਵ ਇਸਤਰੀਆਂ ਵਿਸਾਖ ਮਹੀਨੇ ਵਿੱਚ ਵੀ ਉਹਨਾਂ ਅੰਦਰ ਧੀਰਜ ਪੈਦਾ ਨਹੀਂ ਹੁੰਦਾ ਜੀ। ਜਿਨ੍ਹਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧਰੋ। ਅਸਲ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਕਿ ਵਿਸਾਖ ਦੇ ਮਹੀਨੇ ਵਿੱਚ ਤੂੰ ਉਸ ਰੱਬੀ ਵਿਛੋੜੇ ਨੂੰ ਸਮਝ ਜਿਹਦੇ ਨਾਲੋਂ ਤੂੰ ਟੁੱਟ ਕੇ ਆਇਆ ਜੀ। ਉਹਦੇ ਨਾਲ ਜੁੜਨ ਵਾਸਤੇ ਤੇਰੇ ਅੰਦਰ ਤਾਂਘ ਪੈਦਾ ਹੋਏ ਤਾਂ ਕਿ ਤੂੰ ਜਿਹੜਾ ਹੈ ਵਿਸਾਖ ਮਹੀਨੇ ਵਿੱਚ ਆਪਣੇ ਆਪ ਓਪਰਚੁਨਿਟੀ ਗੋਲਡਨ ਓਪਰਚੁਨਿਟੀ ਗੁਰੂ ਮਹਾਰਾਜ ਹਾਂ ਇੱਕ ਵਧੀਆ ਮੌਕਾ ਹੈ ਜਿਹੜਾ ਰੱਬ ਨਾਲ ਜੁੜਨ ਦਾ ਜੀ, ਔਰ ਆਪਣਾ ਆਪ ਜਿਹੜਾ ਸ਼ਿੰਗਾਰਨ ਦਾ, ਵੇਸ ਬਦਲਣ ਦਾ, ਵਿਕਾਸ ਕਰਨ ਦਾ। ਪਛਤਾਵਾ ਕਰਨ ਦੀ ਲੋੜ ਨਹੀਂ ਹੈ ਕਿ ਜੋ ਗਲਤੀਆਂ ਹੋ ਗਈਆਂ ਉਹਨਾਂ ਨੂੰ ਛੱਡੋ, ਅੱਗੇ ਵਧੋ। ਵੇਖੋ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹੋ ਹੀ ਜ਼ਿਕਰ ਕੀਤਾ, ਅਗਾਂਹ ਕੂ ਤਰਾਂਗ ਜੀ ਪਿੱਛਾ ਫੇਰ ਨਾ ਮੋੜੜਾ। ਹੁਣ ਪਿੱਛੇ ਮੁੜ ਨਾ ਵੇਖ, ਗਾਂ ਨੂੰ ਵੇਖ ਵੀ ਅੱਗੇ ਤੂੰ ਕਿਹੋ ਜਿਹੇ ਛਿੱਟੇ ਲੈਣੇ। ਕਿਉਂਕਿ ਜੇ ਮੌਜੂਦਾ ਸਮੇਂ ਵਿੱਚ ਤੂੰ ਝਾਤੀ ਮਾਰ ਕੇ ਵੇਖ, ਜੇ ਪਿਛਲੇ ਸਮੇਂ 'ਚ ਤੂੰ ਗੁਰਦੁਆਰੇ ਨਹੀਂ ਗਿਆ ਜੀ, ਗੁਰਬਾਣੀ ਨਹੀਂ ਪੜ੍ਹੀ, ਤੂੰ 30-32 ਸਾਲ 35 ਸਾਲ ਆਪਣੇ ਜੀਵਨ ਦੇ ਬਰਬਾਦ ਕਰ ਚੁੱਕਾ ਹੈ ਜੀ। ਅਗਾਂਹ ਸਮਝ ਜਾ, ਸੰਗਤ ਕਰਨੀ ਸ਼ੁਰੂ ਕਰ ਦੇ, ਗੁਰਬਾਣੀ ਪੜ੍ਹਨੀ ਸੁਣਨੀ ਸ਼ੁਰੂ ਕਰ ਦੇ ਜੀ, ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦੇ ਤਾਂ ਕਿ ਤੇਰੇ ਜੀਵਨ ਵਿੱਚ ਵੱਡੀ ਤਬਦੀਲੀ ਆ ਸਕੇ ਤੇ ਤੂੰ ਵੀ ਆਪਣੇ ਜੀਵਨ ਦਾ ਪੰਧ ਮੁਕਾ ਕੇ ਉਸ ਰੱਬ ਦੇ ਵਿੱਚ ਲੀਨ ਹੋ ਸਕੇ। ਅਕਸਰ ਅਸੀਂ ਸਿੰਘ ਸਾਹਿਬ ਦੇਖਦੇ ਹਾਂ ਕਿ ਅਸੀਂ ਜਾਂ ਤਾਂ ਭਵਿੱਖ ਦੀਆਂ ਜਿਹੜੀਆਂ ਪਲੈਨਿੰਗ ਹੈ ਉਹਦੇ ਵਿੱਚ ਸਮਾਂ ਬਰਬਾਦ ਕਰਦੇ ਹਾਂ, ਜਾਂ ਸਾਡਾ ਜਿਹੜਾ ਜੀਵਨ ਬਤੀਤ ਹੋ ਚੁੱਕਿਆ ਪਾਸਟ ਆ ਜਿਹੜਾ, ਜਾਂ ਉਹਦੇ ਵਿੱਚ ਜਿਹੜੇ ਕਰਮ ਸਾਡੇ ਕੋਲੋਂ ਹੋਏ ਨੇ ਉਹਨਾਂ ਨੂੰ ਯਾਦ ਕਰਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਸਾਡੇ ਕੋਲੋਂ ਹੋਈਆਂ ਗਲਤੀਆਂ ਨੂੰ ਯਾਦ ਕਰਕੇ ਪਛਤਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਹਮੇਸ਼ਾ ਹੀ ਭਵਿੱਖ ਦੀਆਂ ਰਣਨੀਤੀਆਂ ਦੇ ਵਿੱਚ ਬਿਜ਼ੀ ਰਹਿੰਦੇ ਹਾਂ। ਪਰ ਅਸੀਂ ਕਿਤੇ ਨਾ ਕਿਤੇ ਆਪਣਾ ਜਿਹੜਾ ਵਰਤਮਾਨ ਹੈ, ਜਿਹੜੀ ਵੱਡੀ ਗੋਲਡਨ ਹੈ, ਵੱਡੀ ਮਹੱਤਤਾ ਹੈ, ਕਿਉਂਕਿ ਵਰਤਮਾਨ ਸਮੇਂ ਦੀ ਬਹੁਤ ਵੱਡੀ ਮਹੱਤਤਾ, ਅਸੀਂ ਵਰਤਮਾਨ ਨੂੰ ਗਵਾ ਰਹੇ ਹਾਂ। ਤੇ ਇਸ ਵਿੱਚ ਕੀ ਅਜਿਹੇ ਯਤਨ ਹੋਣੇ ਚਾਹੀਦੇ ਨੇ, ਕਿਉਂਕਿ ਵਿਸਾਖ ਦਾ ਨਵੇਂ ਸੰਗਰਾਂਦ ਦੇ ਵਿੱਚ ਨਵਾਂ ਮਹੀਨਾ, ਦੇਸੀ ਮਹੀਨਾ ਸ਼ੁਰੂ ਹੋਇਆ ਤੇ ਖਾਲਸੇ ਦਾ ਜਨਮ ਵੀ ਹੋਇਆ ਅੱਜ ਦੇ ਦਿਨ, ਤੇ ਇੱਕ ਜੀਵਨ ਦੀ ਨਵੀਂ ਸ਼ੁਰੂਆਤ ਲਈ ਅੱਜ ਵੱਡਾ ਦਿਨ ਹੈ, ਵੱਡੀ ਓਪਰਚੁਨਿਟੀ ਹੈ। ਕਿਵੇਂ ਉਪਰਾਲੇ ਨਵੇਂ ਕੀਤੇ ਜਾ ਸਕਦੇ ਨੇ ਕਿ ਭਵਿੱਖ ਦੀ ਰਣਨੀਤੀ ਤੇ ਵਰਤਮਾਨ ਦਾ ਜਿਹੜਾ ਸਮਾਂ ਹੈ, ਇਹਨੂੰ ਭਵਿੱਖ ਦੀ ਰਣਨੀਤੀ ਤਾਂ ਚਲੋ ਜ਼ਰੂਰੀ ਹੈ ਕਰਨੀ, ਪਰ ਵਰਤਮਾਨ ਨੂੰ ਸੰਭਾਲਿਆ ਕਿਵੇਂ ਜਾ ਸਕਦਾ? ਵੇਖੋ ਵਰਤਮਾਨ, ਵੇਖੋ ਸਮਾਂ ਜਿੱਥੇ ਤੁਸੀਂ ਬੈਠੇ ਹੋ ਇਹ ਜਗ੍ਹਾ ਸਹੀ ਹੈ, ਰਹਿ ਰਾਸ ਦੇ ਵੇਲੇ ਜਿੱਥੇ ਤੁਸੀਂ ਖੜੇ ਹੋ ਕੀ ਉਹ ਸਹੀ ਜਗ੍ਹਾ ਖੜੇ ਹੋ ਜੀ। ਜੇ ਮਨੁੱਖ ਵਰਤਮਾਨ ਨੂੰ ਇੱਦਾਂ ਪਕੜਨਾ ਸ਼ੁਰੂ ਕਰ ਦੇ ਨਾ ਕਿ ਮੈਂ ਜਿੱਥੇ ਹੁਣ ਹਾਂ ਇੱਥੇ ਕੀ ਕਰ ਰਿਹਾ, ਇਹਦੇ ਨਾਲ ਮੇਰੇ ਅੰਦਰ ਕੋਈ ਤਰੱਕੀ ਜਾਂ ਵਿਕਾਸ ਵਾਪਰ ਰਿਹਾ, ਜੇ ਨਹੀਂ ਤਰੱਕੀ ਵਿਕਾਸ ਮੇਰੇ ਅੰਦਰ ਵਾਪਰ ਰਿਹਾ ਤੇ ਇਹਦਾ ਮਤਲਬ ਉਹਦੇ ਲਈ ਮੈਨੂੰ ਪ੍ਰਬੰਧ ਕਰਨਾ ਚਾਹੀਦਾ ਜੀ। ਵਰਤਮਾਨ ਸਮਾਂ ਜਿਹੜਾ ਹੈ ਇਹ ਬੁਰੀ ਤਰ੍ਹਾਂ
ਭੈੜੀ ਯਾਦ ਬਣਦਾ ਜੇ ਵਰਤਮਾਨ ਸਮੇਂ ਵਿੱਚ ਮਨੁੱਖ ਨੇ ਪ੍ਰਮਾਤਮਾ ਨੂੰ ਨਾ ਸੰਭਾਲਿਆ ਹੋਵੇ ਜੀ। ਫਿਰ ਇਹ ਜਿਹੜਾ ਪਾਸਟ ਬਣੇਗਾ ਉਹ ਵੀ ਸਾਨੂੰ ਚਿੰਤਾ ਵਿੱਚ ਹੀ ਪਾਏਗਾ, ਕਿਉਂਕਿ ਲੰਘੇ ਹੋਏ ਸਮੇਂ ਦਾ ਸਾਨੂੰ ਝੋਰਾ ਪਾਏਗਾ ਜੀ। ਜੇ ਵਰਤਮਾਨ ਸਮੇਂ ਨੂੰ ਆਪਾਂ ਗੁਰਬਾਣੀ ਨਾਲ ਰੱਬ ਨਾਲ ਬਤੀਤ ਕੀਤਾ ਹੈ ਤੇ ਇਹ ਇੱਕ ਚੰਗੀ ਯਾਦ ਬਣੇਗਾ, ਜੀਵਨ ਦਾ ਵਿਕਾਸ ਵੀ ਹੋਏਗਾ। ਇਹਦੇ ਨਾਲ ਵੱਡੀ ਗੱਲ ਇਹ ਆਉਣ ਵਾਲਾ ਭਵਿੱਖ ਵੀ ਸੰਵਰੇਗਾ ਜੀ। ਤਾਂ ਹੀ ਤੇ ਗੁਰਬਾਣੀ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਸਾਰੀਆਂ ਚੀਜ਼ਾਂ ਤੋਂ ਬਾਹਰ ਹੈ ਉਹ ਪ੍ਰਮਾਤਮਾ ਹੀ ਹੈ, ਨਾ ਉਹ ਭੂਤਕਾਲ ਵਿੱਚ ਹੈ, ਨਾ ਉਹ ਵਰਤਮਾਨ ਵਿੱਚ ਹੈ ਤੇ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਤਿੰਨਾਂ ਲੋਕਾਂ ਤੋਂ ਉੱਪਰ ਹੈ। ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਉਹ ਲੰਘੇ ਹੋਏ ਸਮੇਂ ਵਿੱਚ ਵੀ ਉਹ ਹੈ, ਹੁਣ ਵੀ ਉਹ ਹੈ, ਆਉਣ ਵਾਲੇ ਸਮੇਂ 'ਚ ਵੀ ਉਹ ਹੈ। ਉਹਨਾਂ ਜ਼ਿਕਰ ਕੀਤਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋ ਇਸ ਕਰਕੇ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹੀ ਸਮਝਾਇਆ ਹੈ ਕਿ ਲੰਘੇ ਹੋਏ ਸਮੇਂ ਵਿੱਚ ਵੀ ਤੈਨੂੰ ਰੱਬ ਹੀ ਦਿਸਣਾ ਚਾਹੀਦਾ, ਤੇ ਲੰਘੇ ਹੋਏ ਸਮੇਂ 'ਚ ਰੱਬ ਤਾਂ ਦਿਸੇਗਾ ਵੀ ਜਿਹੜਾ ਸਮਾਂ ਮੇਰੇ ਕੋਲ ਹੈ ਜੇ ਉਹਦੇ ਵਿੱਚ ਮੈਂ ਰੱਬ ਦਾ ਨਾਮ ਲੈਣਾ ਹੈ। ਆਖਰਕਾਰ ਜਿਹੜਾ ਇਹ ਸਮਾਂ ਹੈ ਇਹਨੇ ਪਾਸਟ ਬਣਨਾ ਹੈ ਜੀ। ਤੇ ਇਹੋ ਹੀ ਜਦੋਂ ਇਹਦੇ ਵਿੱਚ ਆਪਾਂ ਰੱਬ ਨੂੰ ਸਾਂਭਿਆ ਹੋਏਗਾ ਤੇ ਵਧੀਆ ਪਾਸਟ ਬਣੇਗਾ, ਉਹਦੇ ਵਿੱਚ ਫਿਰ ਆਪਾਂ ਆਦ ਸੱਚ ਕਹਿਣ ਵਾਲੇ ਬਣਾਂਗੇ ਜੀ। ਸੋ ਇਸ ਕਰਕੇ ਜਦੋਂ ਵਰਤਮਾਨ ਸਮਾਂ ਅਸੀਂ ਰੱਬ ਦੇ ਨਾਮ ਨੂੰ ਜੁੜਨ ਵਾਸਤੇ ਬਤੀਤ ਕਰ ਰਹੇ ਹਾਂ ਤੇ ਇਹਦੇ ਨਾਲ ਸਾਡੇ ਭਵਿੱਖ ਦਾ ਰਾਹ ਵੀ ਸਿੱਧਰਾ ਹੋ ਜਾਏਗਾ ਜੀ। ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਵਿਸਾਖ ਮਹੀਨੇ ਨੂੰ ਚੁਣਿਆ। ਸਿੰਘ ਸਾਹਿਬ, ਵਿਸਾਖੀ ਦੇ ਨਾਲ ਸੰਬੰਧਿਤ ਖਾਲਸਾ ਪੰਥ ਦੀ ਸਿਰਜਣਾ ਹੈ ਤੇ ਉਹਦੇ ਨਾਲ ਨਾਲ ਅਸੀਂ ਕੁਝ ਸਾਡੇ ਜਿਹੜੇ ਸਵਾਲ ਨੇ ਉਹ ਵੀ ਜਾਰੀ ਰੱਖਾਂਗੇ, ਇਤਿਹਾਸ ਵੱਲ ਵੀ ਅਸੀਂ ਜਲਦੀ ਹੀ ਪਰਤਾਂਗੇ। ਪੰਜ ਪ੍ਰਧਾਨੀ ਪ੍ਰਣਾਲੀ ਇਹ ਸ਼ਬਦ ਹੈ ਇੱਕ ਜੀ, ਇਸ ਸ਼ਬਦ ਦੇ ਅੰਤਰਗਤ ਬਹੁਤ ਸਾਰੇ ਸ਼ਬਦ ਆਉਂਦੇ। ਪੰਜ 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 ਦੀ ਬਹੁਤ ਮਹੱਤਤਾ ਰਹੀ ਹੈ ਤੇ ਪੰਜ ਕਿਲੇ ਨੇ ਸਾਡੇ, ਪੰਜ ਕਿਲੇ, ਕਿਉਂਕਿ ਉਹ ਕਿਲਾ ਕੇਸਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੋਂ ਖਾਲਸਾ ਦੀ ਸਿਰਜਣਾ ਹੁੰਦੀ ਹੈ। ਆਨੰਦਗੜ੍ਹ ਸਾਹਿਬ, ਲੋਹਗੜ੍ਹ ਸਾਹਿਬ, ਹੋਲਗੜ੍ਹ ਸਾਹਿਬ, ਨਿਰਮੋਹਗੜ੍ਹ ਸਾਹਿਬ। ਅਸੀਂ ਚਾਹੁੰਦੇ ਹਾਂ ਇਹਨਾਂ ਪੰਜਾਂ ਕਿਲਿਆਂ ਦੇ ਜਿਹੜੇ ਨਾਮ ਗੁਰੂ ਜੀ ਨੇ ਚੁਣੇ ਆ, ਇਹਨਾਂ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇ। ਦੇਖੋ, ਗੁਰੂ ਪਾਤਸ਼ਾਹ ਜੀ ਨੇ ਅਸਲ ਵਿੱਚ ਜਿਹੜੇ ਪਿੰਡਾਂ ਦੀ ਜਿਵੇਂ ਜ਼ਮੀਨ ਖਰੀਦੀ ਸੀ, ਪਿੰਡ ਲੋਹੀਆਂ ਦੀ ਜ਼ਮੀਨ ਖਰੀਦੀ ਸੀ ਜੀ। ਇੱਕ ਉੱਥੇ ਜਿਵੇਂ ਲੋਹੇ ਦਾ ਜਿਹੜਾ ਫੈਕਟਰੀ ਹੋਇਆ ਕਰਦੀ ਸੀ, ਇਸ ਕਰਕੇ ਉਹਨੂੰ ਲੋਹੇ ਦਾ ਕਿਲਾ, ਲੋਹੇ ਦੇ ਦਰਵਾਜ਼ੇ ਲੱਗੇ ਹੁੰਦੇ ਸੀ, ਉਹਨੂੰ ਲੋਹਗੜ੍ਹ ਦਾ ਨਾਮ ਦਿੱਤਾ ਸੀ ਜੀ। ਕਿਉਂਕਿ ਲੋਹਗੜ੍ਹ ਦਾ ਜਿਹੜਾ ਕਿਲਾ ਸੀ ਉਹਦੇ ਵਿੱਚ ਸਾਰਾ ਹੀ ਲੋਹੇ ਦਾ ਕਾਰਖਾਨਾ ਹੁੰਦਾ ਸੀ, ਲੋਹੇ ਦੇ ਕੜੇ, ਲੋਹੇ ਦੀਆਂ ਕਿਰਪਾਨਾਂ, ਲੋਹੇ ਦੇ ਹਥਿਆਰ, ਲੋਹੇ ਦੀਆਂ ਬਰਸ਼ੀਆਂ, ਸਾਰਾ ਕੁਝ ਜਿਹੜਾ ਲੋਹੇ ਦਾ ਸਮਾਨ ਸੀ। ਹਾਂ, ਇਸ ਕਰਕੇ ਉਹਨੂੰ ਲੋਹਗੜ੍ਹ ਕਿਲਾ ਕਿਹਾ ਜਾਂਦਾ ਸੀ ਜੀ। ਔਰ ਇੱਕ ਇਸ ਖਾਲਸੇ ਦੀ ਮਜ਼ਬੂਤੀ ਦਾ ਵੀ ਪ੍ਰਤੀਕ ਸੀ ਕਿ ਜਿਵੇਂ ਲੋਹਾ ਹੈ, ਲੋਹੇ ਦੇ ਨਾਲ ਜੇ ਕੋਈ ਟਕਰਾਏਗਾ ਤੇ ਆਪਣੇ ਹੱਡ ਤੜਾਏਗਾ ਜੀ। ਤੇ ਉਹ ਖਾਲਸਾ ਜਿਹੜਾ ਹੈ ਇਹ ਸਰਬ ਲੋਹ ਪਹਿਣ ਦਾ ਨਹੀਂ, ਇਹਦਾ ਇਰਾਦਾ ਵੀ ਲੋਹੇ ਵਾਂਗ ਮਜ਼ਬੂਤ ਹੈ। ਗੁਰੂ ਪਾਤਸ਼ਾਹ ਜੀ ਨੇ ਇੱਕ ਇੱਕ ਕਿਲੇ ਦੇ ਰੂਪ ਵਿੱਚ ਦਿੱਤਾ। ਦੂਸਰਾ ਅਰਥ ਫਤਿਹਗੜ੍ਹ ਦਾ ਹੈ। ਫਤਿਹਗੜ੍ਹ ਦਾ ਅਰਥ ਇਹ ਹੈ ਕਿ ਜਿਹੜਾ ਕਦੇ ਫਤਿਹ ਨਹੀਂ ਹੁੰਦਾ, ਜਿਹਦੇ ਤੇ ਕਦੀ ਜਿੱਤ ਨਹੀਂ ਹਾਸਲ ਕੀਤੀ ਜਾ ਸਕਦੀ, ਉਹ ਕਿਲਾ ਅਕਾਲ ਪੁਰਖ ਦਾ ਕਿਲਾ ਹੈ। ਉਹਦੇ ਵਿੱਚ ਕੇਸਗੜ੍ਹ ਕਿਲਾ ਮੌਜੂਦ ਹੈ। ਵੀ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਉਹ ਖਾਲਸੇ ਦਾ ਇੱਕ ਕਿਲਾ ਬਣਾਇਆ ਕਿ ਖਾਲਸਾ ਇੱਦਾਂ ਦਾ ਹੋਏਗਾ, ਇਹਦਾ ਕਿਲਾ ਇੱਦਾਂ ਦਾ ਹੋਏਗਾ ਜਿਹਦੇ ਤੇ ਕੋਈ ਜ਼ਾਲਮ ਫਤਿਹ ਪ੍ਰਾਪਤ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਜਿਵੇਂ ਆਨੰਦਗੜ੍ਹ ਹੈ, ਆਨੰਦਗੜ੍ਹ ਦਾ ਅਰਥ ਇਹ ਹੈ ਜਿਹੜਾ ਖਾਲਸਾ ਆਨੰਦਪੁਰੀ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੇ ਨਾਮ ਵਿੱਚ ਆਨੰਦ ਪ੍ਰਾਪਤ ਕਰਦਾ ਹੈ, ਇਹ ਉਹਨਾਂ ਮਨੁੱਖਾਂ ਦਾ ਕਿਲਾ ਹੈ ਜਿਹੜੇ ਆਨੰਦਮਈ ਜੀਵਨ ਬਤੀਤ ਕਰਦੇ ਹੈ। ਇਸ ਹੋਲਗੜ੍ਹ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੋਲਕਾ ਦੇ ਨਾਂ ਦੇ ਉੱਤੋਂ ਜ਼ਿਆਦਾਤਰ ਹੋਲੀ ਦਾ ਤਿਉਹਾਰ ਪ੍ਰਸਿੱਧ ਹੋਇਆ ਸੀ ਜੀ। ਉਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਕਿਲਾ ਬਣਵਾਇਆ, ਨਾਲ ਦੀ ਨਾਲ ਆਪਣਾ ਹੋਲਾ ਮਹੱਲਾ ਵੀ ਚੱਲਦਾ ਸੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹਦਾ ਜਿਹੜਾ ਨਾਂ ਹੈ ਇਹਨੂੰ ਹੋਲਗੜ੍ਹ ਦਾ ਨਾਮ ਦਿੱਤਾ ਵੀ ਇਹ ਉਹ ਹੋਲਕਾ ਵਾਂਗੂ ਹੈ ਜਿਹਦੇ ਤੇ ਕੋਈ ਜਿੱਤ ਨਹੀਂ ਪ੍ਰਾਪਤ ਕਰ ਸਕਦਾ, ਜਾਂ ਉਹ ਇਹਦੇ ਤੋਂ ਗੁਰੂ ਪਾਤਸ਼ਾਹ ਜੀ ਨੇ ਇੱਕ ਕਿਲਾ ਇਹਨਾਂ ਸਿੱਖਾਂ ਨੂੰ ਦਿੱਤਾ ਜੀ ਵੀ ਇਹ ਨਾਲ ਤੇ ਹੋਲੇ ਮਹੱਲੇ ਨਾਲ ਜੁੜਿਆ ਰਹੇਗਾ ਤੇ ਇੱਕ ਇਹ ਜਿਹੜਾ ਇਹਨਾਂ ਨੂੰ ਇਤਿਹਾਸ ਵੀ ਚੇਤੇ ਕਰਾਉਂਦਾ ਰਹੇ। ਨਿਰਮੋਹਗੜ੍ਹ ਇਹ ਹੈ ਕਿ ਜਿਹੜੇ ਮੋਹ ਤੋਂ ਰਹਿਤ ਖਾਲਸੇ ਹੈ ਜੀ, ਉਹ ਜਿਹੜੇ ਇਸ ਸਥਾਨ ਤੇ ਰਹਿ ਰਹੇ ਹੈ, ਜਿਨ੍ਹਾਂ ਨੂੰ ਸੰਸਾਰ ਦਾ ਮੋਹ ਨਹੀਂ, ਜਿਹੜੇ ਮੋਹ ਤੋਂ ਨਿਰਲੇਪ ਨੇ, ਜਿਹੜੇ ਦ੍ਰਿੜ ਇਰਾਦਿਆਂ ਵਾਲੇ ਮਨੁੱਖ ਹੈ, ਉਹਨਾਂ ਦਾ ਕਿਲਾ ਹੈ। ਪੰਜ ਕਿਲੇ ਗੁਰੂ ਪਾਤਸ਼ਾਹ ਜੀ ਨੇ, ਕੇਸਗੜ੍ਹ ਦਾ ਤੇ ਸਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੈ
ਵੀ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਕੇਸ ਰੱਖਣ ਦੀ ਜਿਹੜੀ ਸੀ ਸਖਤ ਪ੍ਰੇਰਨਾ ਤੇ ਹਦਾਇਤ ਦਿੱਤੀ ਜੀ, ਭਾਵ ਕਿ ਕੇਸਾਧਾਰੀ ਮਨੁੱਖਾਂ ਦਾ ਜਿਹੜਾ ਗੜ ਹੈ ਉਹ ਇਹ ਕਿਲ੍ਹਾ ਹੈ ਜੀ, ਜਿੱਥੇ ਰੱਬ ਦੀ ਦਿੱਤੀ ਹੋਈ ਕੁਦਰਤ ਨੂੰ ਇਹ ਸਾਫ਼ ਸੂਰਤ ਰੱਖਿਆ ਜਾਂਦਾ ਹੈ ਜੀ। ਉਸ ਕਿਲ੍ਹੇ ਦਾ ਤੇ ਨਾਮ ਇਸ ਦੇ ਨਾਲ ਹੀ ਸੰਬੰਧਿਤ ਪੰਜ ਪ੍ਰਧਾਨੀ ਪ੍ਰਣਾਲੀ ਦੇ ਵਿੱਚ ਪੰਜ ਜਿਹੜੇ ਸ਼ਬਦ ਹੋਰ ਆਉਂਦੇ ਨੇ, ਜਿਹਦੇ ਵਿੱਚ ਪੰਜ ਹੋਰ ਸ਼ਬਦਾਂ ਦੀ ਬੜੀ ਮਹੱਤਤਾ ਹੈ, ਕਿਉਂਕਿ ਇਹ ਸਾਰੇ ਸ਼ਬਦ ਖਾਲਸਾ ਸਾਜਨਾ ਦਿਵਸ ਦੇ ਨਾਲ ਸੰਬੰਧਿਤ ਨੇ। ਪੰਜ ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸੈਸਰੀ, ਚੌਪਾਈ ਸਾਹਿਬ, ਆਨੰਦ ਸਾਹਿਬ ਤੇ ਪੰਜ ਕਕਾਰ, ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ। ਤੇ ਜਿਹੜੇ ਪੰਜ, ਇਹਨਾਂ ਦੇ ਬਾਰੇ ਵੀ ਹਲਕੀ ਭੂਮਿਕਾ ਜਿਹੜੀ ਬਰੀਫ ਵਿੱਚ ਜਾਣਕਾਰੀ ਦੇ ਦਿੱਤੀ ਜਾਵੇ, ਤਾਂ ਜੋ ਜ਼ਿਆਦਾਤਰ ਸੰਗਤਾਂ ਨੂੰ ਪਤਾ ਹੁੰਦਾ ਹੈ, ਪਰ ਜ਼ਿਆਦਾ ਜਿਵੇਂ ਅਸੀਂ ਨਿਤਨੇਮ ਦਾ ਅਭਿਆਸ ਕਰਦੇ ਹਾਂ, ਇਵੇਂ ਇਹਨਾਂ ਜਿਹੜੇ ਸ਼ਬਦਾਂ ਦੇ ਰਾਹੀਂ, ਇਹਨਾਂ ਵਿਚਾਰਾਂ ਦੇ ਨਾਲ ਸਾਡੀ ਜਿਹੜੀ ਪ੍ਰਪੱਕਤਾ ਹੈ ਉਹ ਹੋਰ ਹੋ ਜਾਵੇ। ਇਸ ਕਰਕੇ ਮੈਂ ਇਸ ਗੱਲ ਤੇ ਜ਼ੋਰ ਦਿੰਦਾ, ਆਪ ਜੀ ਦੀ ਜਵਾਨੀ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਨਾ ਜੀ, ਉਹਦੇ ਵਿੱਚ ਪੰਜ ਤੱਤ ਰੱਖੇ ਨੇ। ਇਹ ਸਾਰਾ ਆਪਾਂ ਜਾਣਦੇ ਹਾਂ, ਜਿਹਦੇ ਵਿੱਚ ਹਵਾ ਹੈ, ਪਾਣੀ ਹੈ, ਅਗਨੀ ਹੈ, ਆਕਾਸ਼ ਹੈ, ਧਰਤੀ ਹੈ। ਹਾਂਜੀ, ਇਹ ਸਾਰਾ ਕੁਝ ਜਿਹੜਾ ਪੰਜਾਂ ਤੱਤਾਂ ਤੋਂ ਸਿਰਜਿਆ ਪ੍ਰਮਾਤਮਾ ਨੇ ਜੀ, ਔਰ ਇਹਨਾਂ ਪੰਜਾਂ ਤੱਤਾਂ ਨੂੰ ਜੋੜ ਕੇ ਰੱਖਣ ਦੇ ਲਈ ਪੰਜ ਪ੍ਰਧਾਨੀ ਸਿਸਟਮ ਬਣਾਇਆ ਗਿਆ ਜੀ। ਕਿਉਂਕਿ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਮਸਲਾ ਕਿਸੇ ਮਨੁੱਖ ਕੋਲੋਂ ਹੱਲ ਨਹੀਂ ਸੀ ਹੁੰਦਾ, ਉਹਨੂੰ ਪੰਜ ਬੰਦੇ ਬਹਿ ਕੇ ਨਿਬੇੜਿਆ ਕਰਦੇ ਸੀ। ਉਹਦੇ ਵਿੱਚੋਂ ਜਿਹੜੇ ਮਸਲੇ ਨਾਲ ਤਿੰਨ ਸਹਿਮਤ ਹੋ ਜਾਂਦੇ ਸੀ ਉਹਨੂੰ ਸਟੀਕ ਮੰਨ ਲਿਆ ਜਾਂਦਾ ਸੀ। ਅੱਜ ਵੀ ਅਦਾਲਤਾਂ ਵਿੱਚ ਜਿਹੜਾ ਵੱਡਾ ਬੈਂਚ ਹੁੰਦਾ ਹੈ, ਪੰਜ ਜੱਜਾਂ ਦਾ ਹੋਇਆ ਕਰਦਾ ਵੀ ਜਿਹੜੇ ਫੈਸਲੇ ਤੇ ਜ਼ਿਆਦਾ ਲੰਮੀ ਵਿਚਾਰ ਚੱਲਣੀ ਹੋਵੇ ਜਾਂ ਜਿਹਦਾ ਹੱਲ ਕੋਈ ਛੇਤੀ ਲੱਭਦਾ ਨਾ ਹੋਵੇ, ਉਹ ਤੇ ਜਿਹੜਾ ਬੈਂਚ ਬੈਠ ਕੇ ਜਿਹਦੇ ਨਾਲ ਤਿੰਨ ਜੱਜ ਸਹਿਮਤ ਹੋ ਜਾਣ, ਉਹ ਫੈਸਲਾ ਸਟੀਕ ਮੰਨਿਆ ਜਾਂਦਾ ਸੀ। ਪਰ ਗੁਰੂ ਪਾਤਸ਼ਾਹ ਨੇ ਇਸ ਕੜੀ ਨੂੰ ਤੋੜ ਕੇ ਪੰਜਾਂ ਦਾ ਫੈਸਲਾ ਬਣਾਇਆ ਕਿ ਅਸੀਂ ਉਹ ਫੈਸਲਾ ਲੈਣਾ ਜਿਹਦੇ ਵਿੱਚੋਂ ਤਿੰਨ ਨਹੀਂ, ਪੰਜਾਂ ਦੇ ਪੰਜ ਸਹਿਮਤ ਹੋਣ। ਸੋ ਜਿਵੇਂ ਕੁਦਰਤ ਸਾਹਿਬ ਜੀ ਹੋਇਆ ਪੰਜ ਪ੍ਰਵਾਨ, ਪੰਜ ਦਾ ਅਰਥ ਸੰਤ ਵੀ ਹੁੰਦਾ ਹੈ, ਜਿਹੜਾ ਪ੍ਰਮਾਤਮਾ ਦੇ ਨਜ਼ਦੀਕ ਹੈ ਜੀ। ਸੋ ਇਸ ਤਰੀਕੇ ਨਾਲ ਉਹ ਪੰਜ ਵਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਇਹਨਾਂ ਪੰਜਾਂ ਨੂੰ ਖਤਮ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਪੰਜ ਕਕਾਰ ਜੀ, ਪੰਜ ਬਾਣੀਆਂ ਸਾਨੂੰ ਦਿੱਤੀਆਂ ਕਿ ਪੰਜ ਕਕਾਰ ਜਿਹੜੇ ਨੇ ਇਹ ਬਾਹਰੀ ਤੌਰ ਤੇ ਤੈਨੂੰ ਇਸ਼ਾਰਾ ਕਰਦੇ ਰਹਿਣਗੇ, ਪੰਜ ਬਾਣੀਆਂ ਤੇਰੀ ਆਤਮਾ ਨੂੰ ਜਿਹੜਾ ਹੈ ਉਹ ਇਸ਼ਾਰਾ ਦੇਣਗੀਆਂ ਔਰ ਵਧੀਆ ਇੱਕ ਮਾਹੌਲ ਬਣੇਗਾ ਜੀ। ਸੋ ਅਸਲ ਵਿੱਚ ਜਦੋਂ ਤੋਂ ਇਹ ਸੰਸਾਰ ਬਣਿਆ ਉਦੋਂ ਤੋਂ ਹੀ ਜਿਹੜਾ ਸੀ ਇਹ ਮਸਲਾ ਪੰਜਾਂ ਦੇ ਵਿੱਚ ਜਾਂਦਾ ਹੁੰਦਾ ਸੀ। ਖਾਸ ਕਰ ਪੰਜਾਬ ਦੇ ਨਾਲ ਤਾਂ ਜ਼ਿਆਦਾ ਪੰਜ ਦਾ ਕਿਉਂਕਿ ਪ੍ਰਭਾਵ ਰਿਹਾ, ਪੰਜ ਦਰਿਆਵਾਂ ਦੀ ਧਰਤੀ ਸੀ। ਸੋ ਗੁਰੂ ਪਾਤਸ਼ਾਹ ਜੀ ਨੇ ਫਿਰ ਇਸ ਤਰੀਕੇ ਨਾਲ ਪੰਜ ਖਾਲਸਿਆਂ ਨੂੰ ਜਿਹੜਾ ਸੀ ਉਹ ਅੰਮ੍ਰਿਤ ਛਕਾ ਕੇ ਉਹਨਾਂ ਪੰਜਾਂ ਦਾ ਫੈਸਲਾ ਆਪ ਵੀ ਮੰਨਿਆ ਤੇ ਸਿੱਖਾਂ ਨੂੰ ਉਹਨਾਂ ਦੇ ਪੰਜਾਂ ਦੇ ਨਾਮ ਵੀ ਬੜੇ ਬਾਕਮਾਲ ਨੇ। ਸੋ ਇਸ ਕਰਕੇ ਕਿਉਂਕਿ ਉਹ ਪੰਜ ਜਿਹੜੇ ਗੁਣ ਨੇ ਅਸਲ ਵਿੱਚ ਜਿਹੜੇ ਸਾਡੇ ਉਹ ਪੰਜਾਂ ਵਕਾਰਾਂ ਨੂੰ ਕਾਬੂ ਵਿੱਚ ਰੱਖਦੇ ਨੇ। ਸੋ ਇਸ ਕਰਕੇ ਉਹਨਾਂ ਨੇ ਗੁਰੂ ਤੇ ਵਿਆਖਿਆ ਬਹੁਤ ਵੱਡੀ ਹੋ ਸਕਦੀ ਹੈ ਜੀ, ਬਹੁਤ ਕਿਉਂਕਿ ਸਮਾਂ ਚਾਹੀਦਾ। ਦਇਆ, ਧਰਮ, ਮੋਹ, ਭਾਈ ਦਿਆ ਸਿੰਘ, ਭਾਈ ਤਾਰਨ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਤੇ ਆਪਣੇ ਵਿੱਚ ਜਦੋਂ ਅਸੀਂ ਸ਼ਬਦ ਉਚਾਰਦੇ ਹਾਂ, ਜਦੋਂ ਅਰਦਾਸ ਦੇ ਵਿੱਚ ਵੀ ਪੰਜ ਪਿਆਰਿਆਂ ਦਾ ਜ਼ਿਕਰ ਆਉਂਦਾ ਤੇ ਉਹਨਾਂ ਸ਼ਬਦਾਂ ਦੇ ਨਾਲ ਪ੍ਰਤੀਕ ਜਿਹੜੇ ਆਉਂਦੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦੇ ਨੇ ਮੈਨੂੰ। ਬਿਲਕੁਲ ਜੀ, ਬਿਲਕੁਲ। ਤੇ ਜਿਹੜੇ ਇਹਨਾਂ ਦੇ ਪ੍ਰਤੀ ਤੁਸੀਂ ਅਸੀਂ ਹੁਣ ਪੰਜ ਜਿਹੜੇ ਸ਼ਬਦ ਨੇ ਇਹਨਾਂ ਦੇ ਬਾਰੇ ਵੀ ਥੋੜਾ ਬੋਲ ਦਿਓ ਜੀ। ਦਇਆ ਕਿੰਨੀ ਜ਼ਰੂਰੀ ਹੈ, ਧਰਮ ਤੋਂ ਕੀ ਭਾਵ ਹੈ? ਦੇਖੋ ਗੁਰਬਾਣੀ ਵਿੱਚ ਇਹ ਚੀਜ਼ਾਂ ਦੀ ਵਿਆਖਿਆ ਪਈ ਹੈ ਕਿ ਧੌਲ ਧਰਮ ਦਇਆ ਕਾ ਪੂਤ। ਦਇਆ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਪਹਿਲਾਂ ਭਾਈ ਦਇਆ ਸਿੰਘ ਨੂੰ ਚੁਣਿਆ ਜੀ, ਫਿਰ ਉਹਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ ਤੇ ਧਰਮ ਸਿੰਘ ਨੂੰ ਚੁਣਿਆ। ਹੁਣ ਜਿਹੜੇ ਮਨੁੱਖ ਕੋਲ ਦਇਆ ਵੀ ਹੈ ਉਹਦੇ ਕੋਲ ਧਰਮ ਵੀ ਹੋਏਗਾ, ਜਿਹਦੇ ਕੋਲ ਧਰਮ ਹੈ ਉਹਦੇ ਕੋਲ ਹਿੰਮਤ ਵੀ ਹੋਏਗੀ ਜੀ। ਤੇ ਜਦੋਂ ਹਿੰਮਤ ਹੋਏਗੀ ਤੇ ਉਹਦੇ ਵਿੱਚ ਮਜ਼ਬੂਤੀ, ਦ੍ਰਿੜਤਾ ਵੀ ਹੋਏਗੀ, ਡੋਲੇਗਾ ਨਹੀਂ। ਤੇ ਜਿਹੜਾ ਡੋਲੇਗਾ ਨਹੀਂ, ਦ੍ਰਿੜ ਹੋਏਗਾ, ਉਹ ਰੱਬ ਹੀ ਹੋ ਸਕਦਾ ਹੈ, ਉਹ ਸਾਹਿਬ ਹੋ ਸਕਦਾ ਹੈ। ਸੋ ਗੁਰੂ ਪਾਤਸ਼ਾਹ ਜੀ ਨੇ ਇਸ ਤਰੀਕੇ ਨਾਲ ਇਸ਼ਾਰੇ ਮਾਤਰ ਸਾਨੂੰ ਵੱਡੀ ਵਿਆਖਿਆ ਸਾਹਮਣੇ ਸਾਡੇ ਰੱਖੀ ਕਿ ਪਹਿਲਾ ਖਾਲਸੇ ਦਾ ਗੁਣ ਹੈ ਦਇਆ, ਫਿਰ ਧਰਮ, ਫਿਰ ਹਿੰਮਤ, ਫਿਰ ਦ੍ਰਿੜਤਾ ਤੇ ਫਿਰ ਉਹ ਸਾਹਿਬ ਬਣੇਗਾ। ਉਹ ਸਾਹਿਬ ਮੈਂ ਉਸਕਾ ਚੇਲਾ, ਮੈਂ ਫਿਰ ਉਹਦਾ ਚੇਲਾ ਹੋਵਾਂਗਾ ਜੀ। ਸੋ ਗੁਰੂ ਪਾਤਸ਼ਾਹ ਨੇ ਕਿਤੇ ਨਾ ਕਿਤੇ ਇੱਕ ਮਨੁੱਖ ਨੂੰ ਇੱਕ ਪਰਮਾਤਮਾ ਦੇ ਲੈਵਲ ਦਾ ਜੀਵਨ ਜਿਉਣ ਵਾਸਤੇ ਪ੍ਰੇਰਿਤ ਕੀਤਾ ਹੈ ਜੀ, ਕਿ ਜਿਵੇਂ ਪਰਮਾਤਮਾ ਜਿਹੜਾ ਦ੍ਰਿੜ ਇਰਾਦੇ ਨਾਲ ਖੜਾ ਹੈ ਉਸ ਤਰੀਕੇ ਨਾਲ ਮਨੁੱਖ ਜੀਵਨ ਬਤੀਤ ਕਰੇ।
ਸਿੰਘ ਸਾਹਿਬ, ਵਿਸਾਖੀ ਨਾਲ ਸੰਬੰਧਿਤ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ, ਖਾਲਸਾ ਪੰਥ ਸਿਰਜਣਾ ਤਾਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਮਨਾਉਂਦੇ ਹਾਂ ਦਿਹਾੜਾ, ਤੇ ਇਹਦੇ ਨਾਲ ਜੇ ਇਤਿਹਾਸ ਵੱਲ ਅਸੀਂ ਚੱਲੀਏ ਪਿੱਛੇ ਨੂੰ, ਤਾਂ ਵਿਸਾਖੀ ਨਾਲ ਸੰਬੰਧਿਤ ਕੋਈ ਹੋਰ ਯਾਦਾਂ ਜਾਂ ਘਟਨਾਵਾਂ ਹਨ ਜੇ ਉਹ ਇਤਿਹਾਸਕ ਹੋਣ ਜਾਂ ਗੁਰੂ ਕਾਲ ਦੇ ਨਾਲ ਸੰਬੰਧਿਤ ਹੋਣ? ਵੇਖੋ 1698 ਵਿੱਚ ਵੀ ਗੁਰੂ ਪਾਤਸ਼ਾਹ ਜੀ ਨੇ ਇੱਕ ਵਿਸਾਖੀ ਦਾ ਦਿਹਾੜਾ, ਵੈਸੇ ਵਿਸਾਖੀ ਦਾ ਦਿਹਾੜਾ ਹਰ ਸਾਲ ਹੀ ਸਿੱਖ ਮਨਾਇਆ ਕਰਦੇ ਸੀ ਜੀ, ਤਾਂ ਕਿ ਇਹਦੇ ਤੇ ਇੱਕ ਤੇ ਡਿਸਕਸ਼ਨ ਹੋ ਸਕੇ। ਇੱਕ ਜਿਹੜੇ ਮਸੰਦ ਸੀ ਉਹ ਦਸਵੰਧ ਲੈ ਕੇ ਆਇਆ ਕਰਦੇ ਸੀ, ਤੋ ਇਸ ਤਰੀਕੇ ਨਾਲ 1698 ਦੀ ਵਿਸਾਖੀ ਵਿੱਚ ਵੀ ਮਸੰਦ ਦਸਵੰਧ ਲੈ ਕੇ ਆਏ ਸੀ ਜੀ। ਤੇ ਕੁਝ ਸ਼ਿਕਾਇਤਾਂ ਵੀ ਮਸੰਦਾਂ ਦੀਆਂ ਗਾਏ ਵਗਾਏ ਗੁਰੂ ਗੋਬਿੰਦ ਸਿੰਘ ਤੱਕ ਪਹੁੰਚੀਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਨਾਟਕਾਰੀ ਟੀਮ ਮੰਗਾਈ ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਕੋ ਜਿੱਥੇ ਕਵੀ ਸੀ ਉੱਥੇ ਉਹਨਾਂ ਕੋਲ ਇਹੋ ਜਿਹੀਆਂ ਟੀਮਾਂ ਵੀ ਹੋਇਆ ਕਰਦੀਆਂ ਸੀ ਜੀ। ਉਸ ਵੇਲੇ ਉਹਨਾਂ ਨੇ ਉਹ ਕਰੈਕਟਰ ਮੰਗਾਏ ਜਿਹੜੇ ਕਰੈਕਟਰ ਰੋਲ ਅਦਾ ਕਰਦੇ ਸੀ, ਰੋਲ ਪਲੇ ਕਰਦੇ ਸੀ, ਕਿਸੇ ਮਨੁੱਖ ਦੀ ਵੀ ਉਹ ਨਕਲ ਉਤਾਰ ਲੈਂਦੇ ਸੀ ਜੀ, ਇਹਨਾਂ ਨੂੰ ਨਕਲਚੀ ਵੀ ਕਿਹਾ ਜਾਂਦਾ ਹੈ। ਇੱਕ ਨਾਟਕ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਖੇਡਣ ਵਾਸਤੇ ਕਿਹਾ। ਸੰਗਤ ਵੀ ਬੈਠੀ, ਗੁਰੂ ਪਾਤਸ਼ਾਹ ਵੀ ਬੈਠੇ, ਉਸ ਵੇਲੇ ਮਸੰਦ ਵੀ ਬੈਠੇ ਸੀ। ਮਸੰਦ ਭ੍ਰਿਸ਼ਟ ਹੋ ਚੁੱਕੇ ਸੀ। ਮਸੰਦ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਸੀ। ਇੱਕ ਸਾਮਵਾਲ ਦਾ ਮਸੰਦ ਸੀ ਜਿਹਦਾ ਨਾਂ ਸੀ ਬਲਾਕੀ ਦਾਸ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਕਿਹਾ ਵੀ ਅਸੀਂ ਸਾਹਿਬਜ਼ਾਦਾ ਫਤਿਹ ਸਿੰਘ ਲਈ ਇੱਕ ਭੰਗੂੜਾ ਬਣਵਾਉਣਾ ਚਾਹੁੰਦੇ ਹਾਂ ਤੇ ਸਾਡੀ ਤਮੰਨਾ ਹੈ ਕਿ ਭੰਗੂੜੇ ਤੇ ਜਿਹੜਾ ਹੈ ਉਹ ਸੋਨਾ ਲੱਗਾ ਹੋਵੇ। ਬਲਾਕੀ ਦਾਸ ਨੇ ਸੋਚਿਆ ਵੀ ਸੰਗਤਾਂ ਕੋ ਬਥੇਰੇ ਪੈਸੇ ਠੱਗ ਲਏ, ਹੁਣ ਗੁਰੂ ਨੂੰ ਠੱਗਣ ਦਾ ਮੌਕਾ ਆ ਗਿਆ, ਪਰ ਉਹਨੂੰ ਇਹ ਨਹੀਂ ਪਤਾ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ। ਹੁਣ ਉਹ ਭਟਕਿਆ ਹੋਇਆ ਮਾਰਗ ਤੋਂ, ਉਹਨੇ ਉਸ ਵੇਲੇ ਭੰਗੂੜਾ ਤਿਆਰ ਕਰਵਾਇਆ ਜੀ। ਭੰਗੂੜਾ ਲੈ ਕੇ ਉਹ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਗੁਰੂ ਪਾਤਸ਼ਾਹ ਜੀ ਬਿਰਾਜਮਾਨ ਸੀ, ਨਾਲ ਕੁਝ ਉਹਨੇ ਆਪਣੇ ਚੇਲੇ ਚਾਟੜੇ ਲੈ ਤੇ ਆ ਕੇ ਭੰਗੂੜਾ ਰੱਖ ਕੇ ਕਹਿਣ ਲੱਗਾ, ਮਹਾਰਾਜ ਇਹ ਭੰਗੂੜਾ ਹੈ ਜਿਹੜਾ ਸਾਹਿਬਜ਼ਾਦਾ ਫਤਿਹ ਸਿੰਘ ਲਈ ਤਿਆਰ, ਕਈਆਂ ਨੇ ਅਜੀਤ ਸਿੰਘ ਵੀ ਲਿਖਿਆ ਪਰ ਫਤਿਹ ਸਿੰਘ ਬਾਬਾ ਫਤਿਹ ਸਿੰਘ ਲਈ ਤਿਆਰ ਕੀਤਾ ਗਿਆ ਸੀ ਜੀ। ਸੋ ਉਸ ਵੇਲੇ ਕਹਿੰਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਠੀਕ ਹੈ। ਕਹਿਣ ਲੱਗਾ ਮਹਾਰਾਜ ਇਹਦੇ ਤੇ 8 ਕਿਲੋ ਸੋਨਾ ਲੱਗਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਚਲੋ ਵਧੀਆ ਗੱਲ ਹੈ, ਜਾਓ ਲੰਗਰ ਪਾਣੀ ਛਕਾਓ ਜੀ। ਮਨ 'ਚ ਸੋਚਦਾ ਜਾਂਦਾ ਵੀ ਮਹਾਰਾਜ ਨੇ ਕੋਈ ਮੇਰਾ ਧੰਨਵਾਦ ਵੀ ਨਹੀਂ ਕੀਤਾ, ਨਾ ਕੋਈ ਮੇਰਾ ਸਰਪਾਓ ਪਾ ਕੇ ਸਵਾਗਤ ਕੀਤਾ ਹੈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਉਸ ਵੇਲੇ ਕਿਹਾ ਵੀ ਇਹਨੂੰ ਭੰਗੂੜੇ ਨੂੰ ਅੱਗ ਲਾ ਦਿਓ। ਮਹਾਰਾਜ ਕਹਿੰਦੇ ਵੀ ਭੰਗੂੜਾ ਤੇ ਨਵਾਂ ਲੈ ਕੇ ਆਇਆ। ਪਾਤਸ਼ਾਹ ਕਹਿੰਦੇ ਸੱਚ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸੇ ਕਰਕੇ ਤੇ ਆਪਾਂ ਇਹ ਸਾਰਾ ਪ੍ਰਬੰਧ ਕੀਤਾ ਹੈ ਜੀ। ਸਿੱਖਾਂ ਨੇ ਭੰਗੂੜੇ ਨੂੰ ਅੱਗ ਲਾਈ ਤੇ ਲੱਕੜ ਤੇ ਸੜ ਗਈ, ਸੋਨਾ ਨਹੀਂ ਸੜਿਆ। ਸੋਨਾ ਜਿਹੜਾ ਸੀ ਉਹ ਬਚ ਗਿਆ। ਉਹਨੂੰ ਤੋਲ ਕੇ ਵੇਖਿਆ, ਕਿਉਂਕਿ ਸੋਨਾ ਨਹੀਂ ਸੜਿਆ ਕਰਦਾ। ਜਦੋਂ ਤੋਲ ਕੇ ਵੇਖਿਆ ਤੇ ਸੋਨਾ 2 ਕਿਲੋ ਵੀ ਨਾ ਨਿਕਲਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਹੈਰਾਨ ਹੋਏ, ਔਰ ਸਿੱਖਾਂ ਨੇ ਵੀ ਜਿਹੜਾ ਸੀ ਉਸ ਵੇਲੇ ਆਪਣੇ ਮੱਥੇ ਨੂੰ ਹੱਥ ਮਾਰਿਆ ਵੀ ਜਿਹੜੇ ਮਨੁੱਖ ਗੁਰੂ ਪਾਤਸ਼ਾਹ ਨੇ ਇਹੋ ਜਿਹੀਆਂ ਚਲਾਕੀਆਂ ਚਤਰਾਈਆਂ ਕਰ ਸਕਦੇ, ਸੰਗਤ ਦਾ ਕੀ ਹਾਲ ਕਰਦੇ ਹੋਣਗੇ ਜੀ। ਇਸੇ ਤਰ੍ਹਾਂ ਇੱਕ ਇੱਧਰ ਦਾ ਰਹਿਣ ਵਾਲਾ ਲਾਹੌਰ ਸਾਈਡ ਦਾ ਮਸੰਦ ਸੀ ਚੇਤੋ ਜੀ। ਉਹ ਚੇਤੋ ਮਸੰਦ ਨੂੰ ਇੱਕ ਸਿੱਖ ਨੇ 2 ਸੋਨੇ ਦੇ ਕੰਗਣ ਭੇਟ ਕੀਤੇ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ ਨੇ ਮਾਤਾ ਜੀ ਵਾਸਤੇ ਜਿਹੜਾ ਹੈ ਇਹ ਕੰਗਣ 2 ਲੈ ਜਾਓ ਜੀ। ਤੇ ਉਸ ਵੇਲੇ ਚੇਤੋ ਮਸੰਦ ਉਹ 2 ਕੰਗਣ ਆਪਣੇ ਘਰ ਲੈ ਗਿਆ, ਆਪਣੀ ਪਤਨੀ ਨੂੰ ਪਵਾ ਦਿੱਤੇ। ਤੇ ਉਹ ਸਿੱਖ ਜਿਹੜਾ ਸੀ ਜਦੋਂ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਚੇਤੋ ਮਸੰਦ ਉੱਥੇ ਹੀ ਸੀ। ਉਹਨੇ ਸਿੱਖਾਂ ਨੂੰ ਕਹਿ ਦਿੱਤਾ ਵੀ ਇਹਨੂੰ ਗੁਰੂ ਗੋਬਿੰਦ ਸਿੰਘ ਦੇ ਨੇੜੇ ਨਾ ਜਾਣ ਦਿਓ, ਇਹਦੇ ਦਿਮਾਗ ਵਿੱਚ ਫਰਕ ਹੈ, ਉਹ ਜੂਲ ਬੋਲ ਦੇਗਾ। ਸਿੱਖਾਂ ਨੇ ਉਹਨੂੰ ਜਾਣ ਨਾ ਦਿੱਤਾ ਜੀ। ਅਚਨਚੇਤੀ ਗੁਰੂ ਗੋਬਿੰਦ ਸਿੰਘ ਦਾ ਧਿਆਨ ਪਿਆ ਤੇ ਸਿੱਖਾਂ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਆਉਣ ਦਿਓ। ਜਦੋਂ ਸਿੱਖ ਉਹ ਕੋਲ ਆਇਆ, ਫਤਿਹ ਸਾਂਝੀ ਕਰਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਦਾਸ ਨੇ 2 ਕੰਗਣ ਭੇਜੇ ਸੀ, ਪਹੁੰਚ ਗਏ ਜੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿਹੜੇ ਕੰਗਣ? ਕਹਿੰਦੇ ਮੈਂ 2 ਕੰਗਣ ਚੇਤੋ ਮਸੰਦ ਹੱਥ ਭੇਜੇ ਸੀ। ਗੁਰੂ ਗੋਬਿੰਦ ਸਿੰਘ ਉਸ ਕਹਾਣੀ ਨੂੰ ਸਮਝ ਗਏ। ਇਹ ਸਾਰਾ ਜੋ ਵੀ ਇੱਕ ਹੋਰ ਅਈਆ ਮਈਆ ਨਾਂ ਦਾ ਮਸੰਦ ਸੀ, ਇੱਕ ਸਿੱਖ ਦੇ ਘਰ ਗਿਆ। ਉੱਥੇ ਜਾ ਕੇ ਉਹਨੇ ਦਰਵਾਜ਼ਾ ਖੜਕਾਇਆ। ਉਹ ਸਿੱਖ ਦੀ ਪਤਨੀ ਨੇ, ਸਿੰਘਣੀ ਨੇ ਦਰਵਾਜ਼ਾ ਖੋਲ੍ਹਿਆ ਜੀ। ਕਹਿਣ ਲੱਗਾ ਕਿੱਥੇ ਆ ਤੇਰਾ ਘਰ ਵਾਲਾ, ਕਿੱਥੇ? ਸਿੱਖੜਾ ਏਦਾਂ ਬੋਲਿਆ। ਕਹਿਣ ਲੱਗੀ ਖੇਤਾਂ ਨੂੰ ਗਿਆ। ਕਹਿੰਦਾ ਕਿੱਡਾ ਭਾਗਾ ਹੈ, ਅਸੀਂ ਜਦੋਂ ਵੀ ਆਈਏ ਉਹ ਖੇਤਾਂ ਨੂੰ ਗਿਆ ਹੁੰਦਾ।
ਜਾਂ ਉਹਨੂੰ ਬੁਲਾ ਕੇ ਲਿਆਓ। ਉਹਨੇ ਆਪਣੀ ਨੌਜਵਾਨ ਧੀ ਨੂੰ ਭੇਜਿਆ ਜੀ, ਉਹ ਉਹਨੂੰ ਸਿੱਖ ਨੂੰ ਬੁਲਾ ਕੇ ਲੈ ਕੇ ਆਈ। ਆਉਂਦਿਆਂ ਸਾਰੀ ਉਸ ਸਿੱਖ ਨੇ ਫਤਿਹ ਸਾਂਝੀ ਕਰਕੇ ਕਿਹਾ ਵੀ ਦੱਸੋ ਕੀ ਛਕੋਗੇ। ਕਹਿੰਦਾ ਛਕਣਾ ਕੀ ਹੈ, ਕੋਈ ਮੀਟ ਮੁਰਗਾ ਲੈ ਕੇ ਆਓ, ਏਡੀ ਦੂਰੋਂ ਚੱਲ ਕੇ ਆਏ। ਉਸ ਵੇਲੇ ਇਤਿਹਾਸ ਵਿੱਚ ਘਟਨਾ ਮਿਲਦੀ ਉਹਨੇ ਸ਼ਰਾਬ ਵੀ ਪੀਤੀ, ਮੀਟ ਵੀ ਖਾਧਾ, ਔਰ ਰਹਿ ਰਾਸ ਦੇ ਵੇਲੇ ਉਹ ਵਿਹੜੇ ਵਿੱਚ ਮੰਜੇ ਤੋਂ ਥੱਲੇ ਡਿੱਗਾ ਪਿਆ ਸੀ। ਇੱਥੋਂ ਤੱਕ ਇੰਨੀ ਸ਼ਰਾਬ ਪੀ ਲਈ ਕਿ ਸਵੇਰੇ ਨਿਤ ਨੇ ਵੀ ਨਹੀਂ ਕੀਤਾ, ਉੱਠਿਆ ਨਹੀਂ ਗਿਆ। ਇਹ ਜਿਹੜੀ ਸਾਰੀ ਘਟਨਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਉਹਨਾਂ ਨਕਲਚੀਆਂ ਕੋਲ ਕਰਵਾਈ। ਜਦੋਂ ਉਹ ਐਪੀਸੋਡ ਚਲਾ ਰਹੇ ਸੀ ਵੱਖ-ਵੱਖ ਉਸ ਵੇਲੇ ਜਿੰਨੇ ਘਟਨਾਵਾਂ ਦੇ ਜਿੰਨੀਆਂ ਵੀ ਉਹ ਮਸੰਦਾਂ ਦੁਆਰਾ ਕੀਤੀਆਂ ਗਈਆਂ, ਉਹ ਸਾਰੀਆਂ ਘਟਨਾਵਾਂ ਵੇਖ ਕੇ ਗੁਰੂ ਗੋਬਿੰਦ ਸਿੰਘ ਤੇ ਸਿੱਖਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਗੁਰੂ ਗੋਬਿੰਦ ਸਿੰਘ ਨੇ ਕਿਹਾ ਜਿੱਥੇ ਜਿੱਥੇ ਵੀ ਇਹ ਮਸੰਦ ਬੈਠੇ ਇੱਥੇ ਇੱਥੇ ਇਹਨਾਂ ਨੂੰ ਦਬੋਚ ਲਓ। ਇੱਥੋਂ ਤੱਕ ਉਹਨਾਂ ਨੇ ਦੇਹਰਾਦੂਨ ਦੇ ਵਿੱਚ ਜਿਹੜੇ ਮਸੰਦਾਂ ਨੇ ਉਸ ਵੇਲੇ ਬਾਬਾ ਰਾਮ ਰਾਏ ਨੂੰ ਜਿਉਂਦਿਆਂ ਨੂੰ ਅਗਰ ਭੇਟ ਕਰ ਦਿੱਤਾ ਸੀ, ਉਹਨਾਂ ਨੂੰ ਕੜਾਹੇ ਵਿੱਚ ਤੇਲ ਪਾ ਕੇ ਉਹਨਾਂ ਨੇ ਸਾੜਿਆ ਵੀ ਸੀ, ਕਿਉਂਕਿ ਬੀਬੀ ਪੰਜਾਬ ਕੌਰ ਜੀ ਉਸ ਵੇਲੇ ਉੱਥੇ ਹਾਜ਼ਰ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਿਹੜੇ ਜਿਹੜੇ ਭ੍ਰਿਸ਼ਟ ਹੈ ਬੀਬੀ ਜੀ ਨੂੰ ਕਿਹਾ ਦੱਸੋ, ਤੇ ਬੀਬੀ ਜੀ ਦੱਸੀ ਗਏ, ਕਿਉਂਕਿ ਉਹਨਾਂ ਦੇ ਰਿਸ਼ਤੇ ਵਜੋਂ ਉਹ ਨੌ ਲੱਗਦੇ ਸੀ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਵੇਲੇ ਉੱਥੇ ਮਸੰਦਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ, ਉਹ ਵੀ ਮੌਜੂਦ ਆ। ਹੋਰ ਜਦੋਂ ਵਿਸਾਖੀ ਦੇ ਨਾਲ ਆਪਾਂ ਰਲਵਾਂ ਮਿਲਵਾਂ ਇਤਿਹਾਸ ਵੇਖਾਂਗੇ, ਉਦੋਂ ਗੁਰੂ ਗੋਬਿੰਦ ਸਿੰਘ ਨੇ 1698 'ਚ ਹੀ ਐਲਾਨ ਕਰ ਦਿੱਤਾ ਸੀ ਵੀ ਅਗਲੀ ਵਿਸਾਖੀ ਨੂੰ ਇਹ ਮਸੰਦ ਜਿਹੜੇ ਭ੍ਰਿਸ਼ਟ ਹੋ ਚੁੱਕੇ ਇਹਨਾਂ ਨੂੰ ਖਤਮ ਕਰਕੇ ਇੱਕ ਖਾਲਸਾ ਪੰਥ ਬਣਾਇਆ ਜਾਏਗਾ, ਜਿਹੜਾ ਕਿ ਕਿਸੇ ਮਸੰਦਾਂ ਦੇ ਅਧੀਨ ਨਹੀਂ ਹੋਏਗਾ, ਸਿੱਧਾ ਅਕਾਲ ਪੁਰਖ ਦੇ ਅਧੀਨ ਹੋਏਗਾ। ਸੋ ਜਦੋਂ ਆਪਾਂ ਜਲਿਆਂਵਾਲੇ ਬਾਗ ਵੱਲ ਝਾਤੀ ਮਾਰਦੇ ਆਂ, ਉਦੋਂ 1919 ਦੀ ਜਲਿਆਂਵਾਲੇ ਬਾਗ ਦੀ ਵਿਸਾਖੀ ਵੀ ਸਾਡੇ ਸਾਹਮਣੇ ਆ ਜਾਂਦੀ ਹੈ, ਜਦੋਂ ਜਨਰਲ ਉਡਵਾਇਰ ਨੇ ਬੇਦੋਸ਼ੀਆਂ ਨੂੰ ਗੋਲੀਆਂ ਦੇ ਨਾਲ ਭੁੰਨਿਆ। ਸੋ ਵਿਸਾਖੀ ਦੇ ਕਾਫੀ ਦਿਹਾੜੇ ਇਦਾਂ ਦੇ ਆ ਜਿਨ੍ਹਾਂ ਨਾਲ ਸਾਡਾ ਇਤਿਹਾਸ ਜਾ ਜੁੜਦਾ ਹੈ। ਸੋ ਇਸ ਤਰੀਕੇ ਨਾਲ ਇਹਨਾਂ ਵਿੱਚੋਂ ਖਾਲਸਾ ਸਾਜਨਾ ਦਿਵਸ ਅਹਿਮ ਹੈ। ਸੋ ਇਸ ਕਰਕੇ ਆਪਾਂ ਇਹਦੇ ਤੇ ਵਿਚਾਰ ਚਰਚਾ ਕਰ ਰਹੇ ਹਾਂ। ਸਿੰਘ ਸਾਹਿਬ, ਇਹਦਾ ਸੱਭਿਆਚਾਰਕ ਪੱਖ ਵੀ ਆਪਣਾ, ਕਿਉਂਕਿ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਤ ਦਾ ਜਿਹੜਾ ਸੰਕਲਪ ਦਿੱਤਾ ਸਾਨੂੰ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤੇ ਕਿਰਤ ਦੇ ਨਾਲ ਵੀ ਕਿਤੇ ਨਾ ਕਿਤੇ ਇਹਦਾ ਟੱਚ ਕਾਫੀ ਹੈ, ਕਿਉਂਕਿ ਇਹ ਜਿਹੜਾ ਮੌਸਮ ਦੀ ਤਬਦੀਲੀ ਆਉਂਦੀ ਹੈ ਜੀ। ਬਿਲਕੁਲ ਜੀ, ਉਸ ਵੇਲੇ ਜਦੋਂ ਇਹ ਕਣਕਾਂ ਪੱਕਿਆ ਕਰਦੀਆਂ ਸੀ, ਦਸਵੰਧ ਵਿੱਚ ਵੀ ਸਿੱਖ ਹਿੱਸਾ ਪਾਉਣ ਵਾਸਤੇ ਇਸ ਦਿਹਾੜੇ ਤੇ ਗੁਰੂ ਕੋਲ ਪਹੁੰਚਿਆ ਕਰਦੇ ਸੀ। ਵੈਸੇ ਵੀ ਸਿੱਖਾਂ ਦੇ ਘਰੇਲੂ ਸੱਭਿਆਚਾਰ ਇਦਾਂ ਦੇ ਸੀ ਵੀ ਉਹ ਆਪਣੇ ਭੜੋਲੀਆਂ ਜਿਹੜੀਆਂ ਬਣੀਆਂ ਹੁੰਦੀਆਂ ਸੀ ਉਦੋਂ ਮਿੱਟੀ ਦੀਆਂ, ਉਹਨਾਂ ਵਿੱਚ ਦਾਣੇ ਬਾਅਦ ਪਾਉਂਦੇ ਸੀ, ਪਹਿਲਾਂ ਗੁਰੂ ਘਰ ਉਹ ਪੇਟ ਕਰਦੇ ਸੀ। ਕਹਿੰਦੇ ਜਿਹੜਾ ਦਸਵੰਧ ਪਹਿਲਾਂ ਕੱਢਦੇ ਸੀ, ਬਾਕੀ ਉਹ ਕਹਿੰਦੇ ਹਾਲਾਤ ਇਹ ਬਣ ਗਏ ਕਿ ਅਸੀਂ ਪਹਿਲਾਂ ਦਸਵੰਧ ਬਾਅਦ ਚੋਂ ਕੱਢਦੇ ਆ, ਆਪਣੇ ਕਈ ਤੇ ਕੱਢਦੇ ਹੀ ਨਹੀਂ। ਚਲੋ ਵੇਖੋ, ਉਹਨਾਂ ਦੀ ਇਹ ਮਨੌਤ ਹੁੰਦੀ ਸੀ ਵੀ ਇਹ ਦਾਣੇ ਤਾਂ ਹੀ ਖਾਣਯੋਗ ਹੋਣਗੇ ਜੇ ਗੁਰੂ ਘਰ ਪ੍ਰਵਾਨ ਹੋਣਗੇ। ਜਿਹੜਾ ਦਾਣਾ ਜਿਹੜਾ ਗੁਰੂ ਨੂੰ ਪ੍ਰਵਾਨ ਨਹੀਂ, ਉਹਨਾਂ ਨੂੰ ਸਿੱਖ ਵੀ ਨਹੀਂ ਸੀ ਖਾਂਦੇ ਜੀ। ਸੋ ਇਸ ਕਰਕੇ ਉਹਨਾਂ ਦਾ ਹਰ ਚੀਜ਼ ਤੇ ਗੁਰੂ ਨੂੰ ਪਹਿਲ ਦੇ ਕੇ ਜੀਵਨ ਬਤੀਤ ਕਰਦੇ ਸੀ। ਕੋਈ ਵੀ ਸਿੱਖ ਕਿਸੇ ਪ੍ਰਕਾਰ ਦੀ ਫਸਲ ਬੀਜਦਾ ਸੀ, ਕੋਈ ਫਲ ਬੀਜਦਾ ਸੀ, ਚਾਹੇ ਉਹ ਅੰਬ ਹੋਣ, ਚਾਹੇ ਉਹ ਕਿਸੇ ਤਰੀਕੇ ਦੁੱਧ ਘਿਓ ਹੋਵੇ, ਚਾਹੇ ਉਹ ਨਿੱਕੀ ਮੱਖੀ ਦਾ ਸ਼ਹਿਦ ਹੋਵੇ, ਸਾਰੀਆਂ ਘਟਨਾਵਾਂ ਇਤਿਹਾਸ ਵਿੱਚ ਸਾਨੂੰ ਮਿਲਦੀਆਂ। ਸਿੱਖ ਪਹਿਲਾਂ ਗੁਰੂ ਕੋਲ ਲੈ ਕੇ ਆਇਆ ਕਰਦੇ ਸੀ। ਸਾਡਾ ਸੱਭਿਆਚਾਰ ਇਹੋ ਹੀ ਹੋਇਆ ਕਰਦਾ ਸੀ ਕਿ ਅਸੀਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਗੁਰੂ ਦੀ ਆਗਿਆ ਲੈ ਕੇ ਕਰਦੇ ਸਾਂ। ਇੱਕ ਸਵਾਲ ਹੈ, ਹੋ ਸਕਦਾ ਕੌੜਾ ਵੀ ਲੱਗੇ, ਪਰ ਅਕਸਰ ਸੋਸ਼ਲ ਮੀਡੀਆ ਤੇ ਜਾਂ ਆਪਣੀ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਮਨੁੱਖ ਸਵਾਲ ਅਕਸਰ ਸਾਡੇ ਅੱਗੇ ਵੀ ਆ ਜਾਂਦਾ। ਕਈ ਵਾਰ ਆਪਣੇ ਆਪ ਨੂੰ ਬੁੱਧੀਜੀਵੀ ਵਰਗ ਖਾਉਣ ਵਾਲੇ ਵੀ ਇਹ ਸਵਾਲ ਜਿਹੜਾ ਕਰ ਦਿੰਦੇ ਨੇ, ਸਿੱਖਾਂ ਦੇ ਕਕਾਰ ਖਾਸ ਕਰ ਤੇ ਦੂਸਰੇ ਪਾਸੇ ਜਨੇਊ ਤੇ ਸ਼੍ਰੀ ਸਾਹਿਬ ਦਾ ਜਿਹੜਾ ਕਹਿ ਦਿੰਦੇ ਨੇ ਕਿ ਇਹ ਜਿਹੜੇ ਕਕਾਰ ਨੇ ਇਹਨਾਂ ਦੀ ਮਹੱਤਤਾ ਸਮੇਂ ਦੇ ਮੁਤਾਬਿਕ ਸੀ, ਤੇ ਹੁਣ ਤੁਸੀਂ ਇਹ ਦੱਸੋ ਵੀ ਹੁਣ ਇਹਨਾਂ ਦੀ ਮਹੱਤਤਾ ਦੇ ਵਿੱਚ ਕੀ ਕਮੀ? ਨਹੀਂ, ਵੇਖੋ, ਕੜਾ ਤੇ ਕੜਾ ਹੀ ਰਹਿਣਾ ਨਾ, ਇਹਨੂੰ ਬਦਲ ਕੇ ਕੀ ਬਣਾ ਦਿਆਂਗੇ ਆਪਾਂ। ਬਾਕੀ ਇਹਦੇ ਵਿੱਚ ਵੇਖਿਆ ਜਾਏ, ਇਹਦੇ ਵਿੱਚ ਬਰਾਬਰਤਾ ਵੀ ਹੈ। ਜਦੋਂ ਅਸੀਂ ਕਿਸੇ ਕੜੀ ਨਾਲੋਂ ਟੁੱਟ ਕੇ ਆਪਣੀ ਸੋਚ ਮੁਤਾਬਕ ਮਰਿਆਦਾ ਬਣਾ ਲੈਂਦੇ ਹਾਂ। ਮੇਰਾ ਜਿਹੜਾ ਸਵਾਲ ਸੀ ਇਹ ਕਰਮਕਾਂਡ ਨਾਲ ਸੰਬੰਧਿਤ ਵੀ, ਕਰਮਕਾਂਡ ਦੱਸ ਦਿੰਦੇ ਨੇ। ਮੈਂ ਵਿੱਚ ਉਹੀ ਗੱਲ ਨਾਲ ਕਰਾਂਗਾ ਜੀ। ਫਰਜ਼ ਕਰੋ ਕਿ ਮੈਂ ਇੱਕ ਕੜੀ ਨਾਲੋਂ ਟੁੱਟ ਗਿਆ, ਸਮਝ ਲਓ ਮੈਂ ਸਮਝ ਗਿਆ ਕਿ ਮੈਂ ਐਡਵਾਂਸ ਹੈ ਵੀ ਇਹ ਕੜਿਆਂ ਵਾਲੇ ਮਨੁੱਖ ਹੈ, ਮੈਂ ਹੁਣ ਐਡਵਾਂਸ ਹੋ ਗਿਆ ਜੀ। ਮੈਂ ਐਡਵਾਂਸ ਹੋ ਕੇ ਆਪਣਾ ਵੱਖਰਾ ਤਿਆਰ ਕਰ ਲਾਂਗਾ, ਤੇ ਜੇ 100 ਬੰਦਾ ਤੇ ਉਹਦੇ 100 ਦੀ ਆਪੋ ਆਪਣੀ ਮੱਤ ਬਣ ਜਾਣੀ ਹੈ। ਫਿਰ ਮਰਿਆਦਾ ਤੇ ਇੱਕ ਨਾ ਰਹੀ, ਜੋ ਉਹਨਾਂ ਨੂੰ 100 ਨੂੰ ਲੱਗਾ ਉਹ 100 ਉਧਰ ਨੂੰ ਜਾਏਗਾ, ਇੱਕ ਦੱਖਣ ਨੂੰ ਜਾਏਗਾ, ਉੱਤਰ ਨੂੰ ਜਾਏਗਾ। ਇਕੱਠੇ ਇਹ ਜਿਹੜੇ ਕਕਾਰ ਨੇ ਇੱਕ ਹਿਸਾਬ ਦੇ ਸਾਨੂੰ ਇੱਕ ਸੁਸਾਇਟੀ ਦੇ ਰੂਪ ਵਿੱਚ ਇਕੱਠਿਆਂ ਵੀ ਕਰਦੇ। ਕੋਈ ਹੋਏਗਾ ਅਮੀਰ ਆਪਣੇ ਘਰ,
ਉਹ ਹੋ ਸਕਦਾ ਸੋਨੇ ਦੇ ਵਸਤਰ ਪਹਿਨ ਸਕਦਾ ਹੋਵੇ ਜੀ, ਪਰ ਜਦੋਂ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਧਾਰਨ ਕਰਨੀ, ਉਹਨੂੰ ਸੋਨੇ ਦਾ ਕੜਾ ਉਤਾਰ ਕੇ ਬਰਾਬਰ ਦਾ ਲੋਹੇ ਦਾ ਕੜਾ ਪਹਿਨਣਾ ਪਏਗਾ। ਤੇ ਲੋਹੇ ਦਾ ਕੜਾ ਸਾਰਿਆਂ ਨੂੰ ਇੱਕ ਕਰ ਦਿੰਦਾ ਹੈ, ਚਾਹੇ ਉਹ ਕੋਈ ਝੁੱਗੀ ਝੰਪੜੀ 'ਚ ਰਹਿਣ ਵਾਲਾ ਹੈ ਉਹ ਵੀ ਖਰੀਦ ਕੇ ਪਾ ਸਕਦਾ ਹੈ, ਚਾਹੇ ਉਹ ਤਖਤ ਤੇ ਬਹਿਣ ਵਾਲਾ ਹੈ ਉਹ ਵੀ ਪਾ ਸਕਦਾ ਹੈ। ਔਰ ਕੋਈ ਵੇਖੋ ਪਹਿਲਾਂ ਕੀ ਹੋਇਆ ਕਰਦਾ ਸੀ ਵੀ ਜਿੰਨੇ ਸੋਨਾ ਪਾਇਆ ਹੁੰਦਾ ਸੀ ਉਹਦੀ ਵਿਸ਼ੇਸ਼ਤਾ ਹੋਇਆ ਕਰਦੀ ਸੀ, ਤੇ ਜਿਹੜਾ ਲੋਹੇ ਵਾਲਾ ਉਹਨੂੰ ਕੋਈ ਪੁੱਛਦਾ ਵੀ ਨਹੀਂ ਸੀ ਜੀ। ਤੇ ਗੁਰੂ ਪਾਤਸ਼ਾਹ ਨੇ ਵੈਸੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਲੋਹਿਓ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੇ। ਕਹਿੰਦੇ ਗੁਰੂ ਨਦਰ ਕਰਦਾ ਹੈ ਨਾ ਤੇ ਲੋਹਿਆਂ ਤੋਂ ਲਾਲ ਬਣਾ ਦਿੰਦਾ ਜੀ। ਤੇ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਜਿਵੇਂ ਲੋਹੇ ਨੂੰ ਕੋਈ ਨਹੀਂ ਸੀ ਪੁੱਛਦਾ, ਉਦਾਂ ਇਹ ਸਾਡੀ ਦੱਬੀ ਕੁਚਲੀ ਮਾਨਸਿਕਤਾ ਵਾਲੇ ਮਨੁੱਖਾਂ ਨੂੰ ਕੋਈ ਨਹੀਂ ਸੀ ਪੁੱਛਦਾ, ਪਰ ਇਹਨਾਂ ਨੂੰ ਲਾਲ ਬਣਾ ਕੇ ਤੇ ਇਹਨਾਂ ਨੂੰ ਲੋਹੇ ਦਾ ਵੀ ਚੇਤਾ ਕਰਾਇਆ ਵੀ ਪਹਿਲਾਂ ਲਾਲ ਆਪਾਂ ਬਾਅਦ 'ਚ ਬਣੇ, ਪਹਿਲਾਂ ਆਪਾਂ ਲੋਹੇ ਸੀ। ਇਸ ਕਰਕੇ ਇਹ ਲੋਹੇ ਨੂੰ ਨਹੀਂ ਭੁੱਲਣਾ, ਇਹਨੂੰ ਵਿਸਾਰਨਾ ਨਹੀਂ। ਔਰ ਦੂਸਰੀ ਗੱਲ ਇਹ ਹੈ, ਇਹ ਹਰ ਵਰਗ ਦਾ, ਹਰ ਜਾਤੀ ਦਾ ਮਨੁੱਖ ਇਹਨੂੰ ਖਰੀਦ ਕੇ ਪਹਿਨ ਸਕਦਾ ਹੈ। ਸੋ ਇਹ ਕਿਸੇ ਨਾਲੋਂ ਕਿਸੇ ਨੂੰ ਵਿਸ਼ੇਸ਼ ਨਹੀਂ ਕਰਦਾ ਜੀ। ਅੱਗੇ ਸੋਨੇ ਪਾਏ ਵਾਲੇ ਦੀ ਸੇਵਾ ਹੁੰਦੀ ਸੀ, ਦੂਜੇ ਨੂੰ ਵੇਖ ਲੈਂਦੇ ਸੀ ਵੀ ਇਹਦੀ ਵੇਸ਼ਭੂਸ਼ਾ ਇਦਾਂ ਦੀ ਨਹੀਂ, ਉਹਨੂੰ ਕੋਈ ਮਾਨਤਾ ਨਹੀਂ ਸੀ ਦਿੰਦਾ। ਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਕਿ ਸਾਰੇ ਜਦੋਂ ਇੱਕੋ ਜਿਹੇ ਪਹਿਨੇ ਹੋਏ ਹੋਣਗੇ ਤੇ ਇੱਕ ਦੂਜੇ ਵਿੱਚੋਂ ਊਚ ਨੀਚ ਦਾ ਭੇਦਭਾਵ ਖਤਮ ਹੋ ਜਾਏਗਾ, ਅਮੀਰ ਦਾ ਹੰਕਾਰ ਚੱਕਣਾ ਚੂਰ ਹੋ ਜਾਏਗਾ ਤੇ ਗਰੀਬ ਦਾ ਸਵੈ ਮਾਣ ਵੱਧ ਜਾਏਗਾ ਕਿ ਕੋਈ ਅਮੀਰਾਂ ਵਿੱਚ ਵੀ ਖਾਸ ਨਹੀਂ ਤੇ ਗਰੀਬਾਂ ਵਿੱਚ ਵੀ ਕੋਈ ਫਰਕ ਨਹੀਂ। ਗੁਰੂ ਪਾਤਸ਼ਾਹ ਜੀ ਨੇ ਇੱਕ ਕਾਰ ਇਸ ਕਰਕੇ ਵੀ ਦਿੱਤੇ ਸੀ ਤਾਂ ਕਿ ਇਹ ਇੱਕ ਸਿਸਟਮ ਦੇ ਵਿੱਚ ਵੱਝ ਕੇ ਜੀਵਨ ਬਤੀਤ ਕਰਨ ਜੀ। ਦੂਸਰੇ ਨੰਬਰ ਤੇ ਅੱਜ ਵੀ ਕੰਘੇ ਦੀ ਜ਼ਰੂਰਤ ਹੈ। ਤੁਸੀਂ 100 ਕੰਘੀਆਂ ਖਰੀਦ ਲਓ, ਪਰ ਜੋ ਕੰਮ ਸਿਰ ਨੂੰ ਸਵਾਰਨ ਵਾਸਤੇ, ਦਿਮਾਗ ਦੀ ਸ਼ਕਤੀ ਵਾਸਤੇ, ਅੱਖਾਂ ਦੀ ਰੌਸ਼ਨੀ ਵਾਸਤੇ ਕੰਘਾ ਕਰਦਾ ਹੈ, ਉਹ ਪਲਾਸਟਿਕ ਦੀ ਕੰਘੀ ਨਹੀਂ ਕਰ ਸਕਦੀ ਜੀ। ਸੋ ਇਹਦੀ ਇਸ ਕਰਕੇ ਵੀ ਮਹੱਤਤਾ ਹੈ। ਦੂਸਰੇ ਨੰਬਰ ਤੇ ਸਿਰ ਵਿੱਚ ਰੱਖਣ ਦਾ ਤਾਂ ਲਾਭ ਹੈ ਵੀ ਸਿੱਖ ਕਿਤੇ ਵੀ ਹੋਵੇ, ਕਿਸੇ ਹਾਲਾਤ 'ਚ ਵੀ ਹੋਵੇ, ਇਹਨੂੰ ਕਿਤੇ ਇੱਧਰ ਉੱਧਰ ਵੇਖਣ ਦੀ ਲੋੜ ਨਹੀਂ ਵੀ ਸਿਰ ਖਿਲਾਰ ਕੇ ਤੁਰਿਆ ਫਿਰੇ ਤੇ ਕੰਘੀ ਮੰਗਦਾ ਫਿਰੇ। ਆ ਜ਼ਿਆਦਾਤਰ ਕਈ ਜਦੋਂ ਸਮਾਗਮਾਂ 'ਚ ਵੇਖੀਦਾ ਆਮ ਹੀ ਕਿਤੇ ਦਾਸ ਕਿਸੇ ਵਿਆਹ ਵਿੱਚ ਜਾਵੇ ਜਾਂ ਹੋਰ ਕਿਤੇ, ਤੇ ਕਈ ਵਾਰ ਜਿਨ੍ਹਾਂ ਕੋਲ ਕੰਘਾ ਨਹੀਂ ਹੁੰਦਾ ਉਹ ਇੱਧਰ ਉੱਧਰ ਕੰਘੀਆਂ ਪੁੱਛਦੇ ਫਿਰਦੇ ਵੀ ਕਿੱਥੇ ਰੱਖੀ ਆ, ਲੱਭਦੀ ਨਹੀਂ। ਰਿਸ਼ਤੇਦਾਰ ਜ਼ਿਆਦਾ ਹੁੰਦਾ, ਕੰਘੀ ਇੱਕ ਦੋ ਹੁੰਦੀ, ਕਈ ਵਾਰੀ ਉਹ ਕਾਫੀ ਇਸ ਕੰਮ ਦੇ ਵਿੱਚ ਅੜਿੱਚਣ ਆਉਂਦੀ ਹੈ। ਉੱਥੇ ਫਿਰ ਜਦੋਂ ਤੁਹਾਡੇ ਕੋਲ ਆਪਣਾ ਕੰਘਾ ਮੌਜੂਦ ਹੈ ਤੇ ਤੁਹਾਨੂੰ ਸ਼ਿਕਰੀ ਵਾਲੀ ਕੰਘੀ ਕਿਸੇ ਦੀ ਆਪਣੇ ਸਿਰ ਵਿੱਚ ਮਾਰਨ ਦੀ ਲੋੜ ਨਹੀਂ ਪਏਗੀ। ਇਹ ਵੀ ਇੱਕ ਇਹਦਾ ਫੈਸਿਲਿਟੀ ਸਾਡੇ ਕੋਲ ਹੈ ਕਿ ਕਿਸੇ ਦੀਆਂ ਚਮੜੀ ਦੀਆਂ ਬਿਮਾਰੀਆਂ ਸਾਡੇ ਸਿਰ ਵਿੱਚ ਆ ਸਕਦੀਆਂ, ਪਰ ਜੇ ਕੰਘਾ ਤੁਹਾਡੇ ਕੋਲ ਹੈ ਤੇ ਤੁਸੀਂ ਇਸ ਚੀਜ਼ ਤੋਂ ਵੀ ਸੇਫ ਰਹਿ ਸਕਦੇ। ਨਿਆਰਾਪਣ ਹੈ। ਗੁਰੂ ਪਾਤਸ਼ਾਹ ਨੇ ਜੇ ਸ਼੍ਰੀ ਸਾਹਿਬ ਦਿੱਤੀ ਹੈ, ਕਿਰਪਾਨ ਦਿੱਤੀ ਹੈ, ਤੇ ਇਹ ਸਾਡਾ ਜਿਹੜਾ ਜਾਹੋ ਜਲਾਲ ਹੈ ਜਾਂ ਜੋ ਸਾਡੀ ਵਰਦੀ ਹੈ ਉਹਦਾ ਹਿੱਸਾ ਹੈ। ਫਿਰ ਉਹ ਸਾਨੂੰ ਇਹ ਸਿੱਧ ਕਰਦੀ ਹੈ ਵੀ ਉਹ ਖਾਲਸਾ ਜਿਹੜਾ ਅਨੰਦਪੁਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ ਸੀ। ਸੋ ਇਸ ਕਰਕੇ ਕੁਝ ਚੀਜ਼ਾਂ ਜਿਹੜੀਆਂ ਉਹ ਸਿੰਬਲ ਹੋਇਆ ਕਰਦੀਆਂ, ਉਹ ਚੀਜ਼ ਦੀਆਂ ਪ੍ਰਤੀਕ ਹੋਇਆ ਕਰਦੀਆਂ ਵੀ ਆਹ ਚੀਜ਼ ਗੁਰੂ ਪਾਤਸ਼ਾਹ ਨੇ ਦੇ ਕੇ ਤੇ ਆਹ ਚੀਜ਼ ਜਿਹੜੀ ਸੀ ਉਹ ਬਣਾਈ ਸੀ। ਬਾਕੀ ਅੱਜ ਕੱਲ੍ਹ ਹਥਿਆਰ ਤੇ ਆਧੁਨਿਕ ਆਏ ਨੇ, ਪਿਸਤੌਲ ਆਏ ਨੇ, ਪਰ ਉਹਦੇ ਲਈ ਤੁਹਾਨੂੰ ਗੋਲੀਆਂ ਦਾ ਪ੍ਰਬੰਧ ਕਰਨਾ ਪਏਗਾ। ਫਿਰ ਉਹਦੇ ਤੇ ਕੋਈ ਭਰੋਸਾ ਨਹੀਂ ਵੀ ਉਹਦੇ ਵਿੱਚੋਂ ਗੋਲੀ ਨਿਕਲੇਗੀ ਤੇ ਨਹੀਂ ਨਿਕਲੇਗੀ। ਪਰ ਇਹ ਹਥਿਆਰ ਇਦਾਂ ਦਾ, ਇਹ ਤੁਹਾਡੇ ਹੱਥ 'ਚ ਹੈ, ਜਿਹਨੂੰ ਚਲਾਉਣਾ ਚੱਲ ਜਾਏਗਾ, ਇਹਨੇ ਅੜਨਾ ਨਹੀਂ। ਇਹ ਕਦੀ ਤੁਸੀਂ ਦੁਨੀਆ ਦੇ ਤਖਤੇ ਤੇ ਨਹੀਂ ਵੇਖੋਗੇ ਵੀ ਕਿਰਪਾਨ ਫਸ ਗਈ ਹੋਵੇ। ਕਿਰਪਾਨ ਤੇ ਜਦੋਂ ਵੇਖੋਗੇ ਵਗਦੀ ਵੇਖੋਗੇ। ਪਿਸਤੌਲ ਦੀ ਗੋਲੀ ਅੜ ਜਾਂਦੀ ਹੈ, ਭਾਵੇਂ ਆਧੁਨਿਕ ਤੋਪ ਦੇ ਗੋਲੇ ਅੜ ਜਾਂਦੇ। ਇਸ ਕਰਕੇ ਗੁਰੂ ਪਾਤਸ਼ਾਹ ਨੇ ਇਸ ਹਥਿਆਰ ਨੂੰ ਚੁਣਿਆ। ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕਿਉਂਕਿ ਜਿਹੜੇ ਹਾਲਾਤ ਬਣੇ ਹੋਏ ਨੇ, ਜ਼ਿਆਦਾਤਰ ਅਸੀਂ ਵੇਖਿਆ ਕਿ ਜਿਹੜੀ ਨੌਜਵਾਨੀ ਹੈ ਉਹ ਪਤਿਤ ਬਣੇ ਵੱਲ ਵੀ ਵੱਧਦੀ ਆ, ਪਰ ਸਤਿਗੁਰੂ ਸਮੇਂ-ਸਮੇਂ ਦੇ ਉੱਪਰ ਰਹਿਮਤਾਂ ਵੀ ਕਰਦੇ ਨੇ, ਘਰ ਵਾਪਸੀ ਵੀ ਹੁੰਦੀ ਹੈ, ਨੌਜਵਾਨ ਅਨੰਦਪੁਰ ਸਾਹਿਬ ਵੱਲ ਮੁੱਖ ਕਰਦੇ ਨੇ ਤੇ ਬੜਾ ਉਸ ਵੇਲੇ ਮਨ ਦੇ ਵਿੱਚ ਖੁਸ਼ੀ ਵੀ ਹੁੰਦੀ ਹੈ। ਤੇ ਜਿਹੜੇ ਹਾਲਾਤ 'ਚ ਆ ਰਹੇ ਨੇ, ਜਿਸ ਤਰ੍ਹਾਂ ਦਾ ਕਲਯੁਗੀ ਸਮਾਂ ਜਿਹੜਾ ਕਿਹਾ ਜਾਂਦਾ, ਜਿਸ ਦੇ ਵਿੱਚ ਆਧੁਨਿਕਤਾ ਦੇ ਸਮੇਂ ਦੇ ਵਿੱਚ ਮੋਬਾਈਲ ਦੀ ਜ਼ਿਆਦਾ ਵਰਤੋਂ, ਜਿੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਹੁੰਦੀਆਂ ਜਿਹਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਨੌਜਵਾਨੀ ਨੂੰ, ਕਿਉਂਕਿ ਏਜ ਘੱਟ ਹੁੰਦੀ ਹੈ, ਘੱਟ ਏਜ ਦੇ ਵਿੱਚ ਹੀਰੋਗਿਰੀ ਵਾਲੀਆਂ ਫਿਲਮਾਂ ਵੇਖ ਕੇ ਉਸ ਤਰ੍ਹਾਂ ਦਾ ਮਨ ਕਰਦਾ ਕਰਨੇ ਨੂੰ। ਕਈ ਵਾਰ ਘਰ ਦੇ ਵਿੱਚ ਸੰਗਤ ਨਹੀਂ ਹੁੰਦੀ, ਕਈ ਵਾਰ ਹੋਰ ਜਿਹੜੇ ਸਮਾਜ ਦੇ ਵਿੱਚ ਹੀ ਉਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਅਸਲ ਵਿੱਚ ਨਾ ਗੱਲ ਤੁਹਾਡੀ ਰੁਕਦੀ ਹੈ, ਜਿਹੜਾ ਸਾਡੇ ਬੱਚਿਆਂ ਦਾ ਆਚਰਣ ਆ ਜਾਂ ਰਹਿਣ ਸਹਿਣ ਆ, ਇਸੇ ਕਰਕੇ ਗੁਰੂ ਪਾਤਸ਼ਾਹ ਨੇ 5 ਕਕਾਰੀ ਵਰਦੀ ਦਿੱਤੀ ਸੀ ਵੀ ਜਿਹੜੇ ਸਿਰ ਵਿੱਚ ਕੰਘਾ ਲੱਗਾ ਹੋਏਗਾ ਤੈਨੂੰ ਪਤਾ ਹੋਏਗਾ ਵੀ ਤੂੰ ਗੁਰੂ ਦੀ ਮੱਤ ਵਾਲਾ ਹੈ
ਇਹਨੂੰ ਕੰਘਾ ਯਾਦ ਕਰਾਏਗਾ, ਫਿਰ ਇਹ ਕੰਘਾ ਲਾ ਕੇ ਤੂੰ ਕਿਸੇ ਅੱਗੇ ਝੁਕੇਗਾ ਵੀ ਨਹੀਂ ਜੀ। ਕਬਰ ਤੇ, ਮੜੀ ਤੇ, ਮੂਰਤੀ ਤੇ ਜਾਂ ਕਿਸੇ ਦੇਹਧਾਰੀ ਬਾਬੇ ਅੱਗੇ ਇਹ ਕੰਘਾ ਤੈਨੂੰ ਝੁਕਣ ਨਹੀਂ ਦੇਗਾ। ਜੇ ਤੂੰ ਵਾਕਿਆ ਹੀ ਇਹਨੂੰ ਆਪਣੇ ਸਿਰ ਵਿੱਚ ਧਾਰਨ ਕਰਕੇ ਸਮਝਿਆ, ਕੜਾ ਦਿੱਤਾ ਹੈ ਕਿ ਤੂੰ ਕਿਸੇ ਦਾ ਹੱਕ ਨਹੀਂ ਖਾਏਗਾ, ਕਿਸੇ ਤੇ ਜ਼ੁਲਮ ਨਹੀਂ ਕਰੇਗਾ, ਇਹ ਕੜਾ ਤੈਨੂੰ ਇਹਨਾਂ ਚੀਜ਼ਾਂ ਤੋਂ ਵਰਜਿਤ ਕਰੇਗਾ। ਕਸ਼ਹਿਰਾ ਦਿੱਤਾ ਹੈ ਗੁਰੂ ਪਾਤਸ਼ਾਹ ਨੇ, ਜੱਤ ਸੱਤ ਦਾ ਪ੍ਰਤੀਕ। ਸਮਾਜ 'ਚ ਕੁਝ ਵੀ ਹੋਈ ਜਾਏ ਜੀ, ਪਰ ਸਿੱਖਾ ਤੈਨੂੰ ਕਸ਼ਹਿਰਾ ਬੰਨ੍ਹ ਕੇ ਰੱਖੇਗਾ ਵੀ ਤੂੰ ਆਚਰਨ ਤੋਂ ਨਹੀਂ ਡਿੱਗਣਾ। ਇਹ ਕਸ਼ਹਿਰਾ ਬੜੀ ਵੱਡੀ ਚੀਜ਼ ਹੈ। ਅੱਜ ਸਰਕਾਰਾਂ ਰੌਲਾ ਪਾਉਂਦੀਆਂ ਵੀ ਏਡਜ਼ ਇਲਾਜ ਬਿਮਾਰੀ ਹੈ, ਪਰ ਗੁਰੂ ਗੋਬਿੰਦ ਸਿੰਘ ਨੇ ਕਸ਼ਹਿਰਾ ਬਖਸ਼ ਕੇ ਪਹਿਲਾਂ ਕਿਰਪਾ ਕਰ ਦਿੱਤੀ ਵੀ ਤੂੰ ਪਹਿਲਾਂ ਹੀ ਇਹ ਆਪਣਾ ਆਚਰਨ ਇਦਾਂ ਦਾ ਬਣਾ ਲੈਣਾ ਹੈ। ਤੈਨੂੰ ਇੱਕ ਕਸ਼ਹਿਰਾ ਯਾਦ ਕਰਾਏਗਾ ਵੀ ਤੂੰ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਤੂੰ ਆਚਰਨ ਤੇ ਪਰ ਨਾਰੀ ਦਾ ਸੰਗ ਨਹੀਂ ਕਰੇਗਾ। ਕਿਰਪਾਨ ਸਾਡੀ ਸਵੈ ਮਾਨਤਾ ਦੀ ਪ੍ਰਤੀਕ ਹੈ। ਜਿਹਨੇ ਕਿਰਪਾਨ ਪਾਈ ਹੋਏਗੀ ਉਹਨੂੰ ਪਤਾ ਹੋਏਗਾ ਕਿ ਮੈਂ ਆਪਣੇ ਤੇ ਜ਼ੁਲਮ ਨਹੀਂ ਸਹਿਣਾ ਤੇ ਨਾ ਕਿਸੇ ਤੇ ਜ਼ੁਲਮ ਹੁੰਦਾ ਵੇਖਣਾ ਹੈ, ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਕੋਲ ਡਰਨਾ ਹੈ। ਇਹ ਗੁਰੂ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਸਾਨੂੰ ਤਾਂ ਸੌਂਪੀਆਂ ਸੀ। ਅੱਜ ਭਾਵੇਂ ਬੱਚੇ ਸਾਡੇ ਜੋ ਮਰਜ਼ੀ ਵੇਖੀ ਜਾਣ, ਪਰ ਜੇ ਉਹਨਾਂ ਨੂੰ ਇਹੋ ਜਿਹੀਆਂ ਮੁੱਢਲੀਆਂ ਸਿੱਖਿਆਵਾਂ ਦਿੱਤੀਆਂ ਤੇ ਮੇਰਾ ਖਿਆਲ ਉਹ ਆਪਣੇ ਰਸਤੇ ਤੋਂ ਨਹੀਂ ਡਿੱਗਦੇ। ਤੇ ਨਿਤਨੇਮ ਦੀ ਵੀ ਜਿਹੜੀ ਅੱਜ ਅਸੀਂ ਗੱਲ ਕਰਾਂਗੇ, ਕਿਉਂਕਿ ਖਾਲਸਾ ਸਾਜਨਾ ਦਿਵਸ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਜਿਹੜੇ ਵੱਡੇ ਸੰਕਲਪ ਲੈਣ ਦੀ ਲੋੜ ਆ, ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ? ਜਿਹੜਾ ਮੈਂ ਤੁਹਾਡੇ ਕੋਲੋਂ ਸਵਾਲ ਕਰ ਰਿਹਾ, ਤੁਸੀਂ ਆਪਣੀ ਰਾਏ ਵੀ ਦੇਣੀ ਹੈ। ਤੇ ਨਿਤਨੇਮ ਸੰਬੰਧੀ ਜਿਹੜਾ ਅੱਜ ਦਾ ਸਿੱਖ ਹੈ ਜਾਂ ਅੱਜ ਦਾ ਕਾਫੀ ਸਿੱਖ ਦ੍ਰਿੜ ਵੀ ਨੇ, ਅੰਮ੍ਰਿਤ ਵੇਲੇ ਲੈ ਕੇ ਨਿਤਨੇਮ ਕਰਦੇ ਨੇ, ਤੇ ਕਿਉਂਕਿ ਉਹ ਆਸਾ ਦੀ ਵਾਰ ਜੋ ਸਾਨੂੰ ਦਰਸਾਉਂਦੀ ਆ ਵੀ ਅੰਮ੍ਰਿਤ ਵੇਲੇ ਦੀ ਮਹੱਤਤਾ, ਜਿਹੜੀ ਸਰਸਾ ਨਦੀ ਦੇ ਕੰਢੇ ਉੱਪਰ ਆਸਾ ਦੀ ਵਾਰ ਲਾਈ ਆ, ਉਹ ਮਹੱਤਤਾ ਦੱਸਦੀ ਆ ਕਿ ਨਿਤਨੇਮ ਦਾ ਜਿਹੜਾ ਕੀ ਮਹੱਤਤਾ ਹੈ, ਸਮਾਂ ਜਿਹੜਾ ਨਹੀਂ ਖਿਜਾਉਣਾ। ਤੇ ਨਿਤਨੇਮ ਦੀ ਪਰਪੱਕਤਾ ਦੇ ਸੰਬੰਧੀ ਹੋਰ ਤੁਸੀਂ ਕੀ ਦੇਖਦੇ ਹੋ ਜਿਹੜਾ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਕਿ ਖਾਲਸਾ ਪੰਥ ਨੂੰ ਇਸਦੇ ਪੱਕੇ, ਜਿੱਥੇ ਤੁਹਾਨੂੰ ਲੱਗ ਰਿਹਾ ਵੀ ਪੱਕੇ ਧਾਰਨ ਹੋਣਾ ਚਾਹੀਦਾ? ਦੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸਾਨੂੰ ਮੁਕੰਮਲ ਮਨੁੱਖ ਬਣਾਇਆ ਜੀ। ਬਸ ਇਹ ਖਾਲਸੇ ਦਾ ਅਰਥ ਇਹ ਹੈ ਸ਼ੁੱਧ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ। ਫਾਰਸੀ ਵਿੱਚ ਇਹਦਾ ਅਰਥ ਇਹ ਹੈ ਕਿ ਸਿੱਧੀ ਬਾਦਸ਼ਾਹ ਦੀ ਜ਼ਮੀਨ, ਜਿਹਦੇ ਤੇ ਹੋਰ ਕਿਸੇ ਦਾ ਕੋਈ ਕਬਜ਼ਾ ਨਹੀਂ। ਜਿੱਥੇ ਸਾਨੂੰ ਉਹਨਾਂ ਨੇ ਸਿਰ ਵਿੱਚ ਅੰਮ੍ਰਿਤ ਪਾਇਆ, ਅੱਖਾਂ ਵਿੱਚ ਅੰਮ੍ਰਿਤ ਪਾਇਆ, ਕੰਨਾਂ ਵਿੱਚ ਪਾਇਆ, ਜ਼ੁਬਾਨ ਤੇ ਪਾਇਆ, ਇਹਦਾ ਮਤਲਬ ਇਹ ਹੈ ਕਿ ਇਹਨਾਂ ਸਰੋਤਾਂ ਨੂੰ ਟਿਕਾਣੇ ਰੱਖਣ ਲਈ ਅੰਮ੍ਰਿਤ ਦੇ ਨਾਲ ਨਾਲ ਰੋਜ਼ਮਰਾ ਦੀ ਸਿੱਖਿਆ ਵੀ ਚਾਹੀਦੀ ਜੀ। ਇਹ ਨਾ ਹੋਵੇ ਵੀ ਅੱਜ ਅੰਮ੍ਰਿਤ ਛਕ ਲਏ ਤੇ ਮੁੜ ਕੇ ਇਹਨਾਂ ਨੂੰ ਕੋਈ ਕਿੱਥੇ ਟਿਕਾਉਣਾ ਹੈ, ਕੀ ਸੁਣਨਾ ਹੈ, ਕੀ ਬੋਲਣਾ ਹੈ, ਕੀ ਵੇਖਣਾ ਹੈ, ਇਹਦਾ ਇਹਨਾਂ ਨੂੰ ਪਤਾ ਹੀ ਨਾ ਹੋਵੇ। ਗੁਰੂ ਪਾਤਸ਼ਾਹ ਨੇ ਸਿਰ ਵਿੱਚ ਅੰਮ੍ਰਿਤ ਪਾ ਕੇ ਕਿਹਾ ਵੀ ਸਿੱਖਾ, ਅੱਜ ਤੋਂ ਬਾਅਦ ਇਹ ਤੇਰਾ ਸਿਰ ਜਿਹੜਾ ਹੈ ਇਹ ਰੱਬ ਦਾ ਸਿਰ ਬਣ ਗਿਆ ਜੀ। ਹੁਣ ਇਹਦੇ ਵਿੱਚ ਅੰਮ੍ਰਿਤ ਪੈ ਗਿਆ, ਧਿਆਨ ਰੱਖੀ ਇਹਦੇ ਵਿੱਚ ਬੁਰੇ ਖਿਆਲ ਨਹੀਂ, ਅੰਮ੍ਰਿਤਮਈ ਵਿਚਾਰਾਂ ਆਉਣੀਆਂ ਚਾਹੀਦੀਆਂ। ਸਰਬੱਤ ਦੇ ਭਲੇ ਵਾਲੀ ਸੋਚ ਤੇਰੀ ਹੋਣੀ ਚਾਹੀਦੀ ਹੈ ਜੀ। ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਕਿ ਹੁਣ ਤੂੰ ਜਿੱਧਰ ਵੀ ਵੇਖਣਾ ਪਰਾਇਆ ਧਨ ਨਹੀਂ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਵੇਖਣਾ ਤੇ ਸਾਰਿਆਂ ਨੂੰ ਇੱਕਸਾਰ ਵੇਖਣਾ ਹੈ। ਇਹ ਨਾ ਹੋਵੇ ਵੀ ਆਪਣੀ ਮਾਂ ਤੇ ਆਪਣੀ ਭੈਣ ਤੇ ਨਜ਼ਰੀਆ ਹੋਰ ਹੋਵੇ ਤੇ ਬਗਾਨਿਆਂ ਦੇ ਪ੍ਰਤੀ ਹੋਰ ਹੋਵੇ। ਜੇ ਸਮ ਦ੍ਰਿਸ਼ਟੀ ਤੇਰੇ ਵਿੱਚ ਨਹੀਂ ਆਈ ਤੇ ਯਾਦ ਰੱਖੀ ਫਿਰ ਤੂੰ ਅੱਖਾਂ ਵਿੱਚ ਅੰਮ੍ਰਿਤ ਦੇ ਪਵਾਇਆ ਪਰ ਉਹਦੇ ਅਰਥ ਨੂੰ ਨਹੀਂ ਸਮਝਿਆ। ਕੰਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਪਾਇਆ ਵੀ ਅੱਜ ਤੋਂ ਬਾਅਦ ਚੁਗਲੀਆਂ ਨਹੀਂ ਸੁਣਨੀਆਂ, ਅੱਜ ਤੋਂ ਬਾਅਦ ਨਿੰਦਿਆ ਨਹੀਂ ਸੁਣਨੀ, ਅੱਜ ਤੋਂ ਬਾਅਦ ਅੰਮ੍ਰਿਤਮਈ ਵਿਚਾਰਾਂ ਸੁਣਨੀਆਂ ਤੇ ਰੱਬ ਦੀ ਸਿਫਤ ਸਲਾਹ ਸੁਣਨੀ ਹੈ। ਆਨੰਦ ਸਾਹਿਬ ਦੇ ਵਿੱਚ ਨਾਲ ਦੀ ਨਾਲ ਹੀ ਦੇਖੀ ਚੱਲਿਓ। ਹੁਣ ਜ਼ੁਬਾਨ ਹੈ, ਗੁਰੂ ਪਾਤਸ਼ਾਹ ਨੇ ਅੰਮ੍ਰਿਤ ਪਾ ਕੇ ਦਰਸਾਇਆ ਵੀ ਹੁਣ ਇਸ ਜ਼ੁਬਾਨ ਦੇ ਨਾਲ ਤੂੰ ਸੰਸਾਰ ਦੀ ਵਡਿਆਈ, ਸੰਸਾਰ ਦੀ ਨਿੰਦਿਆ ਨਹੀਂ ਕਰਨੀ। ਇਸ ਜ਼ੁਬਾਨ ਦੇ ਨਾਲ ਰਸ ਕਾਸੀ ਨਹੀਂ ਮੰਨਣੇ ਜਾਂ ਇਹਦੇ ਚਸਕੇ ਪੂਰੇ ਕਰਨ ਵਾਸਤੇ ਆਪਣੇ ਸਰੀਰ ਨੂੰ ਜਾਂ ਮਾਨਸਿਕ ਜਿਹੜੀ ਉਹ ਸ਼ਾਂਤੀ ਭੰਗ ਕਰਕੇ ਭੱਜੇ ਨਹੀਂ ਫਿਰਨਾ। ਇਹ ਰਸਨਾ ਨੂੰ ਰੱਬ ਦੇ ਸਿਫਤ ਵਿੱਚ ਜੋੜ ਕੇ ਤੇ ਇਹਦੀ ਪਿਆਸ ਨੂੰ ਸਦਾ ਲਈ ਬੁਝਾਉਣਾ ਹੈ ਤੇ ਇਹਨੂੰ ਅੰਮ੍ਰਿਤਮਈ ਬਣਾਉਣਾ ਹੈ। ਸੋ ਗੁਰੂ ਪਾਤਸ਼ਾਹ ਨੇ ਇਹ ਸਾਰਾ ਕੁਝ ਫਿਰ ਕਹਿੰਦੇ ਹੋਵੇਗਾ ਕਿਵੇਂ? ਕਹਿੰਦੇ ਹੋਵੇਗਾ ਇਹ ਬਾਣੀ ਪੜ੍ਹ ਕੇ। ਜਦੋਂ ਮਨੁੱਖ ਬਾਣੀਆਂ ਪੜ੍ਹਦਾ ਹੈ ਤੇ ਗੁਰੂ ਅਮਰਦਾਸ ਜੀ ਆਨੰਦਮਈ ਜਿਹੜੀ ਬਾਣੀ ਆਨੰਦ ਸਾਹਿਬ ਦੇ ਲਾਸਟ ਵਾਲੇ ਜਿਹੜੇ ਫਿਰ ਆਪਾਂ ਬੰਦ ਪੜ੍ਹਦੇ ਹਾਂ, ਹਾਂਜੀ, ਪੌੜੀਆਂ ਬੰਦ ਤੇ ਪੌੜੀਆਂ ਵਿੱਚ ਫਰਕ ਹੁੰਦਾ ਹੈ ਜੀ। ਪੌੜੀਆਂ ਜਿਹੜੀਆਂ ਹੁੰਦੀਆਂ ਜਿਵੇਂ ਭਾਈ ਗੁਰਦਾਸ ਦੀਆਂ ਵੀ ਜਿਵੇਂ ਉਹ ਪੌੜੀਆਂ ਦੀਆਂ 4 ਪੰਕਤੀਆਂ ਉਤਲੀਆਂ ਇੱਕੋ ਜਿਹੀਆਂ ਹੁੰਦੀਆਂ ਥੱਲੇ। ਅਕਸਰ ਜਦੋਂ ਸਵਾਲ ਜਵਾਬ ਹੁੰਦੇ ਆ ਚਾਹੇ ਉਹ ਐਜੀਪੀਸੀ ਦੇ ਆ ਜਾਂ ਹੋਰ ਜਿਹੜੀਆਂ ਟਰਸਟ ਨੇ ਉਹਨਾਂ ਵੱਲੋਂ ਇਹੀ ਜਦੋਂ ਸਵਾਲ ਹੁੰਦਾ ਕਿ
ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਨੇ ਤੇ ਆਨੰਦ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਨੇ, ਇਸ ਕਰਕੇ ਸ਼ਬਦ ਪ੍ਰਚਲਿਤ ਹੈ। ਪ੍ਰਚਲਿਤ ਹੈ, ਪਰ ਪੌੜੀਆਂ ਜਿਹੜੀਆਂ ਪੌੜੀਆਂ ਦਾ ਇਹ ਮਤਲਬ ਹੁੰਦਾ ਵੀ ਜਿਵੇਂ ਉੱਪਰਲੀ ਆਸਾ ਜਿਵੇਂ ਵੇਖੋਗੇ ਉਹਦੀ ਬਣਤਰ ਹੋਰ ਹੈ, ਬੰਦਾਂ ਦੀ ਤੇ ਸ਼ਬਦਾਂ ਦੀ ਬਣਤਰ ਹੋਰ ਹੋਇਆ ਕਰਦੀ। ਇਸ ਕਰਕੇ ਇਹ ਵੀ ਇੱਕ ਚਲੋ ਤੁਸੀਂ ਗੱਲ ਛੇੜ ਲਈ, ਇਹਦੇ ਨਾਲ ਸਾਨੂੰ ਸਿੱਖਿਆ ਮਿਲ ਗਈ। ਨਹੀਂ ਤੇ ਜ਼ਿਆਦਾਤਰ ਸਾਡੇ ਪੰਥ ਦੇ ਵਿੱਚ ਰਵਾਇਤ ਹੈ ਪੜ੍ਹਨੇ ਤੇ ਸੁਣ, ਜੋ ਅੱਜ ਤੱਕ ਮੈਂ ਪੜ੍ਹਿਆ ਸੁਣਿਆ ਉਹਦੇ ਨਾਲ ਵੀ ਪੌੜੀਆਂ ਪ੍ਰਸਿੱਧ ਹੋ ਗਈਆਂ। ਪਰ ਇਹ ਸਾਡੇ ਵੈਸੇ ਬੰਦ ਨੇ, 40 ਬੰਦ ਨੇ, ਸ਼ਬਦ ਨੇ ਜੀ। ਉਹ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਵਿੱਚ ਲਾਸਟ ਤੇ ਸਾਨੂੰ ਫਿਰ ਹਦਾਇਤ ਕੀਤੀ ਹੈ, ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਵੀ ਹੇ ਨੇਤਰੋ, ਜੇ ਤੁਹਾਨੂੰ ਰੱਬ ਨੇ ਵੇਖਣ ਦੀ ਤਾਕਤ ਦਿੱਤੀ ਹੈ ਤੇ ਫਿਰ ਉਸ ਰੱਬ ਨੂੰ ਵੇਖੋ ਜਿਹਨੇ ਇਹ ਸਾਰਾ ਕੁਝ ਵੇਖਣ ਲਈ ਅੱਖਾਂ ਦੀ ਰੋਸ਼ਨੀ ਪ੍ਰਦਾਨ ਕੀਤੀ ਜੀ, ਕੰਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਵੀ ਜੇ ਸੁਣ ਸ਼ਕਤੀ ਹੈ ਫਿਰ ਉਹਦੀ ਸਿਫਤ ਸਲਾਹ ਸੁਣ ਜਿਹਨੇ ਇਹ ਸੁਣਨ ਲਈ ਖੂਬਸੂਰਤ ਕੰਨ ਦਿੱਤੇ ਹੈ। ਜੇ ਬੋਲਣ ਲਈ ਰਸ ਮਾਨਣ ਲਈ ਜ਼ੁਬਾਨ ਹੈ, ਜੇ ਕੁਝ ਬੋਲਣ ਲਈ ਤੇਰੀ ਜ਼ੁਬਾਨ ਵਿੱਚ ਸ਼ਮਤਾ ਹੈ ਤੇ ਉਹਦੀ ਸਿਫਤ ਸਲਾਹ ਵਿੱਚ ਕੁਝ ਬੋਲ ਜੀ, ਤੇ ਫਿਰ ਜਿਹੜਾ ਰਸ ਉਸ ਰੱਬ ਦੇ ਨਾਮ ਦਾ ਇਸ ਜ਼ੁਬਾਨ ਨਾਲ ਮਾਣ ਕੇ ਵੇਖ ਵੀ ਫਿਰ ਤੇਰੀ ਜ਼ਿੰਦਗੀ ਜਿਹੜੀ ਆਨੰਦਮਈ ਬਣ ਜਾਏਗੀ। ਸੋ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਅੱਗੇ ਭਾਈ ਗੁਰਦਾਸ ਜੀ ਵੀ ਇਹਦੀ ਵਿਆਖਿਆ ਬਾ ਕਮਾਲ ਕਰਦੇ ਆ, ਅੱਖੀ ਵੇਖ ਨਾ ਰੱਜੀਆਂ ਬਹੁਤ ਰੰਗ ਤਮਾਸ਼ੇ। ਫਿਰ ਤੇ ਵੇਖੋ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਹੁਤ ਜ਼ਿਆਦਾ ਇਹਨਾਂ ਤੇ ਜਿਹੜੀ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਵੇਖ ਭਈ ਇੱਕ ਦੋਖ ਜੀਵ ਜੰਤੂਆਂ ਵਿੱਚ ਹੈ ਜੀ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਜੀ। ਕਹਿੰਦੇ ਵੇਖ ਜਿਹੜਾ ਹਿਰਨ ਹੈ ਨਾ, ਇਹਨੂੰ ਸੁਣਨ ਦਾ ਚਸਕਾ ਹੈ ਜੀ। ਜੇ ਤੈਨੂੰ ਨਿੰਦਿਆ ਸੁਣਨ ਦਾ ਚਸਕਾ ਹੈ ਨਾ ਤੇ ਤੂੰ ਧਿਆਨ ਨਾਲ ਸਮਝ ਲੈ, ਹਿਰਨ ਸੁਣ ਕਰਕੇ ਆਪਣੇ ਪ੍ਰਾਣ ਦੇ ਜਾਂਦਾ ਹੈ। ਆਖਰਕਾਰ ਸ਼ਿਕਾਰੀ ਨਾਦ ਵਜਾਉਂਦੇ ਹੈ, ਉਹ ਖੜਦਾ ਹੈ, ਭੱਜਦਾ ਨਹੀਂ। ਉਹ ਜਿੰਨਾ ਚਿਰ ਉਹਦੀ ਛਾਤੀ ਵਿੱਚ ਤੀਰ ਨਹੀਂ ਮਾਰਦੇ ਉਹਨਾਂ ਚਿਰ ਉਹ ਨਾਦ ਬੰਦ ਨਹੀਂ ਕਰਦੇ। ਹਿਰਨ ਨੂੰ ਸੁਣਨ ਦਾ ਇੰਨਾ ਚਸਕਾ ਹੈ ਵੀ ਉਹ ਜਾਨ ਤੇ ਗਵਾ ਲੈਂਦਾ ਪਰ ਭੱਜਦਾ ਨਹੀਂ ਜੀ। ਉਸ ਤੋਂ ਬਾਅਦ ਉਹ ਕਹਿੰਦੇ ਪਤੰਗੇ ਨੂੰ ਵੇਖਣ ਦਾ ਚਸਕਾ ਹੈ, ਉਹ ਅੱਗ ਦੇ ਉੱਤੇ ਵਹਿੰਦਾ ਵਹਿੰਦਾ ਜਿੰਨਾ ਚਿਰ ਸੜ ਨਹੀਂ ਜਾਂਦਾ ਉਹਨਾਂ ਚਿਰ ਉਹ ਵੇਖਣੋਂ ਨਹੀਂ ਹਟਦਾ। ਕਹਿੰਦੇ ਉਹ ਵੇਖਣ ਕਰਕੇ ਤਬਾਹ ਹੋ ਜਾਂਦਾ ਹੈ ਜੀ। ਹਾਥੀ ਦਾ ਹਵਾਲਾ ਦਿੱਤਾ, ਕਹਿੰਦੇ ਉਹਨੂੰ ਕਾਮ ਦਾ ਦੋਖ ਹੈ, ਉਹਨੂੰ ਫੜਨ ਵਾਸਤੇ ਇੱਕ ਬਨਾਉਟੀ ਹਥਣੀ ਬਣਾਉਂਦੇ ਹੈ, ਉਹਦੇ ਪਿੱਛੇ ਟੋਆ ਪੁੱਟ ਦਿੰਦੇ ਹੈ। ਕਾਮ ਦੀ ਪੂਰਤੀ ਕਰਨ ਵਾਸਤੇ ਹਾਥੀ ਜਦੋਂ ਹਥਣੀ ਵੱਲ ਨੂੰ ਆਉਂਦਾ ਹੈ, ਅੰਨਾ ਹੋਇਆ ਟੋਏ ਵਿੱਚ ਡਿੱਗ ਪੈਂਦਾ ਹੈ ਤੇ ਉਹ ਮੁਹਾਵਤ ਦੇ ਸਾਰੀ ਜ਼ਿੰਦਗੀ ਕੁੰਡੇ ਖਾਂਦਾ ਮਰ ਜਾਂਦਾ ਹੈ। ਉਹਨੂੰ ਸਲਾਮਾਂ ਕਰਨੀਆਂ ਪੈਂਦੀਆਂ, ਕਿਸੇ ਦੇ ਅਧੀਨ ਹੋਣਾ ਪੈਂਦਾ ਹੈ। ਕਹਿੰਦੇ ਸੱਜਣਾ, ਜੇ ਤੇਰੇ ਵਿੱਚ ਇਹ ਦੋਖ ਹੈ ਤੇ ਤੂੰ ਕਾਮ ਕਰਕੇ ਨਸ਼ਟ ਹੋ ਜਾਏਗਾ, ਕਿਸੇ ਦੇ ਅਧੀਨ ਹੋ ਜਾਏਗਾ ਔਰ ਲੋਕਾਂ ਦੀਆਂ ਲਾਹਨਤਾਂ ਦੇ ਕੁੰਡੇ ਤੇਰੇ ਮੱਥੇ ਤੇ ਵੱਜਣਗੇ। ਤਾਂ ਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਹਵਾਲੇ ਦਿੱਤੇ, ਕਹਿੰਦੇ ਭਵਰੇ ਨੂੰ ਖੁਸ਼ਬੂ ਦਾ ਚਸਕਾ ਹੈ ਜੀ। ਇਸੇ ਤਰ੍ਹਾਂ ਮਛਲੀ ਨੂੰ ਜਿਹੜਾ ਹੈ ਉਹ ਖਾਣ ਦਾ ਚਸਕਾ ਹੈ, ਉਹ ਖਾਣ ਕਰਕੇ ਜਿਹੜਾ ਮੂੰਹ ਦੇ ਵਿੱਚ ਕੁੰਡੀ ਫਸਾ ਕੇ ਤੇ ਆਪਣੇ ਗਲ ਫੜੇ ਪੜਵਾ ਕੇ ਬੈਠ ਜਾਂਦੀ ਹੈ, ਮਰ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਜੇ ਤੇਰੇ ਇਹ ਅੱਖਾਂ ਨੂੰ ਵੇਖਣ ਦਾ ਰੋਗ ਹੈ ਤੇ ਤੂੰ ਪਤੰਗੇ ਵਾਂਗੂ ਸੜੇਗਾ ਜੀ। ਕਦੀ ਕਿਸੇ ਦਾ ਤਨ ਵੇਖ ਕੇ, ਕਿਸੇ ਦਾ ਧਨ ਵੇਖ ਕੇ। ਜੇ ਤੈਨੂੰ ਸੁਣਨ ਦਾ ਚਸਕਾ ਹੈ ਤੇ ਫਿਰ ਤੂੰ ਉਸ ਹਿਰਨ ਵਾਂਗੂ ਚੁਗਲੀ ਸੁਣਦਾ ਹੋਇਆ ਸਮੇਂ ਦੇ ਹੱਥੋਂ ਆਪਣੇ ਆਪ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਲਏਗਾ, ਬੁਰੀ ਤਰ੍ਹਾਂ ਤੈਨੂੰ ਸਮੇਂ ਦਾ ਤੀਰ ਵੱਜੇਗਾ। ਸੋ ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਜੇ ਤੈਨੂੰ ਖਾਣ ਦਾ ਚਸਕਾ ਹੈ ਤੇ ਫਿਰ ਉਹ ਮਛਲੀ ਵਾਂਗੂ ਕਿਸੇ ਦਿਨ ਇਹ ਕੰਡਾ ਬਣ ਕੇ ਜਿਹੜਾ ਹੈ ਇਹ ਤੇਰੇ ਗਲ ਵਿੱਚ ਵੱਜੇਗਾ। ਜਿਹੜਾ ਤੂੰ ਲੋੜੋਂ ਵੱਧ ਖਾਣ ਦਾ ਚਸਕਾ ਹੈ ਤੇਰੇ ਸਰੀਰ ਨੂੰ ਵੀ ਬਰਬਾਦ ਕਰ ਦੇਗਾ, ਤੇਰੀ ਬੁੱਧੀ ਤੇ ਭ੍ਰਿਸ਼ਟ ਕਰੇਗਾ ਹੀ ਕਰੇਗਾ। ਸੋ ਗੁਰੂ ਪਾਤਸ਼ਾਹ ਜੀ ਨੇ ਕਿਤੇ ਨਾ ਕਿਤੇ ਇਹਨਾਂ ਜਿਹੜੇ ਪੰਜਾਂ ਜੀਆਂ ਦੀ ਉਦਾਹਰਨ ਦਿੱਤੀ ਵੀ ਇਹ ਇੱਕ ਇੱਕ ਰੋਗ ਕਰਕੇ ਵਿਨਾਸ਼ ਹੋਏ ਹੈ ਤੇ ਤੇਰੇ ਵਿੱਚ ਤੇ ਪੰਜੇ ਹੀ ਹੈਗੇ। ਤੈਨੂੰ ਵੇਖਣ ਦਾ ਵੀ ਚਸਕਾ ਹੈ, ਸੁਣਨ ਦਾ ਵੀ ਚਸਕਾ ਹੈ, ਖਾਣ ਦਾ ਵੀ ਚਸਕਾ ਹੈ, ਤੇਰੇ ਬਚਣ ਦੀ ਆਸ ਕਿੱਦਾਂ ਲਾਈ ਜਾ ਸਕਦੀ ਹੈ। ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਇੱਥੋਂ ਤੂੰ ਧਿਆਨ ਲਾ ਲਾ ਵੀ ਇਹ ਇੱਕ ਇੱਕ ਰੋਗ ਏਡਾ ਭਿਆਨਕ ਹੈ ਵੀ ਉਹਨਾਂ ਜੀਆਂ ਨੂੰ ਲੈ ਬਹਿੰਦਾ ਹੈ ਤੇ ਤੇਰੇ ਵਿੱਚ ਪੰਜੇ ਨੇ, ਤੇਰੀ ਕੀ ਹਾਲਤ ਹੋਏਗੀ। ਸੋ ਇਹਨਾਂ ਤੋਂ ਬਚਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ 5 ਬਾਣੀਆਂ ਦਿੱਤੀਆਂ। ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਖਾਲਸਾ ਬਣਾਇਆ। ਤੇ ਸਿੰਘ ਸਾਹਿਬ, ਅਸੀਂ ਇਹ ਵੀ ਤੁਹਾਡੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਰਹਿਤਨਾਮਿਆਂ ਦੇ ਵਿੱਚ ਜਿਹੜਾ ਖਾਲਸੇ ਦੀ ਪਰਿਭਾਸ਼ਾ ਦਿੱਤੀ ਗਈ ਹੈ ਉਹ ਵੀ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਅਸੀਂ ਉਹਦੇ ਉੱਪਰ ਆਪਣੀ ਪਰਪੱਕਤਾ ਹੈ ਜਿਹੜੀ ਉਹ ਬਣਾਏ ਰੱਖੀਏ। ਵੇਖੋ ਗੁਰਬਾਣੀ ਵਿੱਚ ਉਹਨਾਂ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂੰ ਨਿਵਾਸ।
ਸਰਬ ਲੋਕ ਗ੍ਰੰਥ ਦੇ ਵਿੱਚ ਉਹਨਾਂ ਨੇ ਖਾਲਸੇ ਦੀ ਕਾਫੀ ਉਪਮਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੈ ਜੀ ਕਿ ਖਾਲਸਾ ਮੇਰਾ ਖਾਸ ਰੂਪ ਹੈ। ਪਰ ਕਹਿੰਦੇ ਪਰ ਜਿੰਨਾ ਚਿਰ ਖਾਲਸਾ ਕਾਲ ਪੁਰਖ ਦੇ ਅਧੀਨ ਹੈ, ਸ਼ਬਦ ਦੇ ਅਧੀਨ ਹੈ, ਉਹਨਾਂ ਚਿਰ ਹੀ ਮੈਂ ਇਹਦੇ ਨਾਲ ਸਨੇਹ ਬਣਾ ਕੇ ਰੱਖਾਂਗਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗੈ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਪ੍ਰਤੀਤ ਦਾ ਅਰਥ ਹੁੰਦਾ ਵਿਸ਼ਵਾਸ। ਕਹਿੰਦੇ ਜਿੰਨਾ ਚਿਰ ਖਾਲਸਾ ਦੁਨੀਆ ਨਾਲੋਂ ਨਿਆਰਾ ਰਹੇਗਾ, ਨਿਆਰਾ ਇਹ ਨਹੀਂ ਵੀ ਵੱਖਰਾ ਘਰ ਤੇ ਵੱਖਰਾ ਦੇਸ਼ ਬਣਾ ਕੇ ਰਹੇਗਾ, ਨਿਆਰਾ ਮਤਲਬ ਇਹ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਵਿਆਹ ਉਸ ਤਰੀਕੇ ਨਾਲ ਕਰੇਗਾ ਗੁਰਮਤਿ ਮਰਿਆਦਾ ਅਨੁਸਾਰ, ਜਿਹੋ ਜਿਹੇ ਤਰੀਕੇ ਗੁਰੂ ਦੇ ਦਿੱਤੇ ਹੁਕਮ ਅਨੁਸਾਰ ਜੀਵਨ। ਜੇ ਮੌਤ ਹੋ ਗਈ ਤੇ ਉਹੋ ਜਿਹੇ ਕਰਮ ਕਾਂਡ ਨਹੀਂ ਕਰੇਗਾ ਜਿਹੜੇ ਗੁਰਮਤਿ ਅਨੁਸਾਰ ਨਹੀਂ ਹੈਗੇ, ਜਿਹੜੇ ਰੱਬ ਨੂੰ ਨਹੀਂ ਪਾਉਂਦੇ। ਸੋ ਉਹੋ ਜਿਹੇ ਕੱਪੜੇ ਨਹੀਂ ਪਹਿਨੇਗਾ ਜਿਹੜੇ ਸਮਾਜ ਨੂੰ ਕੋਈ ਸੇਧ ਨਾ ਦਿੰਦੇ ਹੋਣ ਤੇ ਜਿਹੜੇ ਤਨ ਦੇ ਵਿੱਚ ਵਕਾਰ ਪੈਦਾ ਕਰਨ। ਸੋ ਇਹਦਾ ਮਤਲਬ ਇਹ ਹੈ ਕਿ ਖਾਲਸਾ ਜਿਹੜਾ ਹੈ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਰੇ ਸੰਸਕਾਰ ਰੱਬ ਅਨੁਸਾਰੀ ਹੋ ਕੇ ਕਰੇਗਾ, ਰੱਬ ਤੋਂ ਬੇਮੁਖ ਹੋ ਕੇ ਨਹੀਂ ਕਰੇਗਾ। ਸੋ ਇਹ ਨਿਆਰਾਪਣ ਹੈ। ਕੱਲਾ ਕੱਪੜੇ ਪਾਉਣ ਦੇ ਨਾਲ ਹੀ ਮਨੁੱਖ ਨਿਆਰਾ ਨਹੀਂ ਹੁੰਦਾ, ਜਿੰਨਾ ਚਿਰ ਉਹਦੀਆਂ ਕਰਤੂਤਾਂ ਕਹਿ ਲਓ ਜਾਂ ਹਰਕਤਾਂ ਕਹਿ ਲਓ ਜਿਹੜੀਆਂ ਰੱਬ ਅਨੁਕੂਲ ਨਹੀਂ ਹੁੰਦੀਆਂ, ਸੁਭਾਅ ਰੱਬ ਅਨੁਕੂਲ ਨਹੀਂ ਹੁੰਦਾ, ਜੀਵਨ ਜਾਚ ਜਿਹੜੀ ਉਹਦੀ ਗੁਰੂ ਅਨੁਸਾਰ ਨਹੀਂ ਹੈ। ਕਹਿੰਦੇ ਜਿੰਨਾ ਚਿਰ ਇਹ ਸਾਰਾ ਕੁਝ ਉਹਦਾ ਰੱਬ ਅਨੁਸਾਰੀ ਹੈ, ਉਹਨਾਂ ਚਿਰ ਮੈਂ ਆਪਣਾ ਤੇਜ ਪ੍ਰਤਾਪ ਖਾਲਸੇ ਨੂੰ ਦਿੰਦਾ ਰਵਾਂਗਾ। ਤੇ ਜਬ ਇਹ ਗੈ ਵਿਪਰਨ ਕੀ ਰੀਤ, ਜਦੋਂ ਇਹ ਸੱਚ ਦਾ ਮਾਰਗ ਛੱਡ ਕੇ ਵਿਪਰਾਂ ਵਾਲੀ ਦਿੱਤੀ ਹੋਈ ਰੀਤੀ ਤੇ ਚੱਲ ਪਏ, ਘਰਾਂ ਵਿੱਚ ਵਿਆਹ ਮੌਕੇ ਕੁੰਡਲੀਆਂ ਮਨਾਉਣ ਲੱਗ ਪਏ, ਪੱਤਰੀਆਂ ਖਿਲਾਉਣ ਲੱਗ ਪਏ, ਕਿਰਪਾਨਾਂ ਕੜੇ ਛੱਡ ਨਗਾਂ ਵਾਲੀਆਂ ਛਾਪਾਂ ਪਾਉਣ ਲੱਗ ਪਏ, ਗੁਰਬਾਣੀ ਪੜ੍ਹਨ ਦੀ ਥਾਂ ਜਗਰਾਤੇ ਕਰਾਉਣ ਲੱਗ ਪਏ, ਕਬਰਾਂ ਉੱਤੇ ਚਾਦਰਾਂ ਪਾਉਣ ਲੱਗ ਪਏ, ਤੇਲ ਪਾ ਕੇ ਦੀਵੇ ਜਗਾਉਣ ਲੱਗ ਪਏ, ਗੁੱਗੇ ਦੀ ਪੂਜਾ ਕਰਨ ਲੱਗ ਪਏ। ਜਦੋਂ ਇਹ ਸਾਰਾ ਕੁਝ ਛੱਡ ਕੇ ਇਹੋ ਜਿਹੇ ਕਰਮ ਕਾਂਡਾਂ ਵਿੱਚ ਫਸ ਜਾਣਗੇ, ਜਬ ਇਹ ਗੈ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਫਿਰ ਮੈਂ ਇਹਨਾਂ ਤੇ ਭਰੋਸਾ ਨਹੀਂ ਕਰਾਂਗਾ। ਸੋ ਗੁਰੂ ਗੋਬਿੰਦ ਸਿੰਘ ਦਾ ਭਰੋਸਾ ਉਹ ਮਨੁੱਖ ਗਵਾ ਲੈਂਦਾ ਹੈ ਜਿਹੜਾ ਕੋਊ ਬਤਾਨ ਕੋ ਪੂਜਤ ਹੈ, ਪਸ ਕੋਊ ਮਰਤਾਨ ਕੋ ਪੂਜਨ ਧਾ। ਉਹਨਾਂ ਜ਼ਿਕਰ ਕੀਤਾ ਹੈ ਜੇ ਤੂੰ ਮੁਰਦੇ ਦੀ ਪੂਜਾ ਕਰਦਾ, ਚਾਹੇ ਉਹ ਕਬਰ ਦੇ ਰੂਪ ਵਿੱਚ ਕਰਦਾ, ਚਾਹੇ ਤੂੰ ਆਪਣਾ ਬੁੱਤ ਦੀ ਪੂਜਾ ਕਰਦਾ, ਤੂੰ ਪਸ਼ੂ ਤੇ ਹੋ ਸਕਦਾ, ਮੇਰਾ ਖਾਲਸਾ ਨਹੀਂ। ਮੇਰਾ ਖਾਲਸਾ ਇਹਨਾਂ ਚੀਜ਼ਾਂ ਤੋਂ ਨਿਆਰਾ ਰਹੇਗਾ। ਬਸ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ, ਹੋਰ ਉਹਦੇ ਜੀਵਨ ਦਾ ਕੋਈ ਜਿਹੜਾ ਮਕਸਦ ਨਹੀਂ ਹੋਏਗਾ। ਗੁਰੂ ਪਾਤਸ਼ਾਹ ਜੀ ਨੇ ਇਹੋ ਜਿਹਾ ਜੀਵਨ ਸਾਨੂੰ ਬਖਸ਼ਿਆ। ਪਰਚਾ ਸ਼ਬਦ ਦਾ ਅਰਥ ਦੱਸ। ਪਰਿਚੈ ਮੀਨ ਜੇ ਸ਼ਬਦ ਦੇ ਨਾਲ ਉਹਦਾ ਗੂੜਾ ਪਰਿਚੈ ਹੋਏਗਾ, ਸ਼ਬਦ ਤੋਂ ਜਾਣੂ ਹੋਏਗਾ, ਸ਼ਬਦ ਦਾ ਉਹਨੂੰ ਗਿਆਨ ਹੋਏਗਾ, ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ ਜੀਵਨ ਜੀਵੇਗਾ। ਇਹ ਕਹਿੰਦੇ ਨੇ ਸ਼ਬਦ ਨਾਲ ਪਰਿਚੈ ਪਾ ਕੇ ਬੈਠਾ, ਭਾਵ ਕਿ ਸ਼ਬਦਾਂ ਦੇ ਦੁਆਰਾ ਰੱਬ ਦੀ ਸਿਫਤ ਸਲਾਹ ਵਿੱਚ ਜੁੜਨਾ ਹੈ। ਇਹਨੂੰ ਕਹਿੰਦੇ ਸ਼ਬਦ ਗੁਰੂ ਹੈ, ਸ਼ਬਦ ਗੁਰੂ ਹੈ। ਸੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਤੋਂ, ਸ਼ਬਦ ਨਾਲ ਪਰਿਚੈ ਪਾਉਣ ਲਈ ਜਿਹੜਾ ਹੈ ਉਹ ਹਦਾਇਤ ਕੀਤੀ। ਤੇ ਜਾਂਦੇ ਜਾਂਦੇ ਸ਼ੋਅ ਦੇ ਵਿੱਚ ਸਿੰਘ ਸਾਹਿਬ ਅੱਜ ਦੇ ਪਵਿੱਤਰ ਪਾਵਨ ਦਿਹਾੜੇ ਦੇ ਉੱਪਰ ਸਾਡੇ ਦਰਸ਼ਕਾਂ ਨੂੰ ਆਪ ਜੀ ਕੀ ਸੁਨੇਹਾ ਦੇਣਾ ਚਾਹੁੰਦੇ? ਬਸ ਇਹੀ ਕਹਿਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਨਿਆਰਾਪਨ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੈ ਇਹਨੂੰ ਗਵਾਈਏ ਨਾ, ਕਿਉਂਕਿ ਲੰਮਾ ਸਮਾਂ ਇਸ ਖਾਲਸੇ ਦੇ ਨਿਆਰੇਪਨ ਤੇ ਲੱਗਾ ਹੈ। 10 ਗੁਰੂ ਸਾਹਿਬਾਨਾਂ ਨੇ ਇਹ ਨਿਆਰਾਪਨ ਜਿਹੜਾ ਹੈ ਇਹ ਸਾਨੂੰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜਾ ਹੈ ਕਈ ਸਾਲਾਂ ਦਾ ਸਫ਼ਰ ਤੈਅ ਕਰਨਾ ਪਿਆ ਤੇ ਸੰਘਰਸ਼ ਕਰਨਾ ਪਿਆ। ਅੱਜ ਸਹਿਜੇ ਜੇ ਜਦੋਂ ਅਸੀਂ ਗੁਰਦੁਆਰਾ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾ ਕੇ ਹੱਥ ਵਿਖਾ ਰਹੇ ਹੁੰਨੇ, ਕਿਸੇ ਹੋਰ ਦੇ ਦਰ ਤੇ ਜਾ ਕੇ ਹੱਥ ਅੱਡ ਰਹੇ ਹੁੰਨੇ ਜਾਂ ਮੁਰਾਦਾਂ ਮੰਗ ਰਹੇ ਹੁੰਨੇ, ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਸ਼ਰਮ ਦੇ ਨਾਲ। ਇਹਦੇ ਵਿੱਚ ਬਾਣੀ ਦੀਆਂ ਤੁਕਾਂ ਯਾਦ ਆ ਰਹੀਆਂ, ਬਾਬਾ ਫਰੀਦ ਜੀ ਦੀਆਂ, ਦਰ ਪਰਾਏ ਬੈਸਣਾ ਫਰੀਦਾ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ। ਇੱਥੋਂ ਤੱਕ ਭਗਤ ਕਬੀਰ ਜੀ ਜ਼ਿਕਰ ਕਰਦੇ ਕਹਿੰਦੇ ਕਬੀਰ ਵੀ ਹਰੀ ਨੂੰ ਛੱਡ ਕੇ ਜਿਹੜਾ ਮਨੁੱਖ ਰੇ ਜੀ ਨ ਲੱਜ, ਲਾਜ ਤੋਏ ਨਾਹੀਂ, ਹਰ ਤਜ ਕਤ ਕਾਹੂ ਕੇ ਜਾਹੀਂ, ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਈ। ਕਹਿੰਦੇ ਹੇ ਬੇਸ਼ਰਮ ਬੰਦੇ, ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ? ਰੱਬ ਦੇ ਦਰ ਨੂੰ ਛੱਡ ਕੇ ਹੋਰਾਂ ਦਰਾਂ ਤੇ ਕਿਉਂ ਠੋਕਰਾਂ ਖਾਨਾ ਫਿਰਦੇ? ਜਿਹਦਾ ਠਾਕੁਰ ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ ਏਡਾ ਵੱਡਾ ਹੈ,
ਉਹ ਪਰਾਏ ਘਰਾਂ ਤੇ ਜਾ ਕੇ ਮੰਗਦਾ ਸੋਹਣਾ ਨਹੀਂ ਲੱਗਦਾ। ਇਹਦੇ ਨਾਲੋਂ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਮੌਤ ਚੰਗੀ ਹੈ, ਪਰ ਮੇਰੇ ਤੇ ਉਹ ਦਿਨ ਨਾ ਆਉਣ ਕਿ ਮੈਨੂੰ ਪਰਾਏ ਬਾਰ ਤੇ ਜਾ ਕੇ ਬਹਿਣਾ ਪਵੇ, ਕਿਸੇ ਕਬਰ ਵਾਲੇ ਅੱਗੇ, ਕਿਸੇ ਮੂਰਤੀ ਵਾਲੇ ਅੱਗੇ, ਜਾਂ ਕਿਸੇ ਕਰਮਕਾਂਡੀ ਅੱਗੇ, ਜਾਂ ਕੋਈ ਵਿਭੂਤੀ ਦੇਣ ਵਾਲੇ ਦੇ ਅੱਗੇ, ਜਲ ਦੀਆਂ ਬੋਤਲਾਂ ਦੇਣ ਵਾਲੇ ਦੇ ਅੱਗੇ, ਜਾਂ ਕੋਈ ਵੀ ਮਨੁੱਖ ਹੈ ਜਿਹੜਾ ਰੱਬ ਦਾ, ਵੇਖੋ ਰੱਬ ਦਾ ਸ਼ਰੀਕ ਜਿਹੜਾ ਮਨੁੱਖ ਆਪਾਂ ਬਣਾ ਲੈਂਦੇ ਆ ਨਾ, ਇਹ ਸਭ ਤੋਂ ਵੱਡਾ ਸਾਡਾ ਜ਼ਿੰਦਗੀ ਦਾ ਵਹਿਮ ਹੈ ਤੇ ਸਭ ਤੋਂ ਵੱਡਾ ਇਹ ਸਾਡਾ ਹਾਨੀਕਾਰਕ ਪੁਆਇੰਟ ਹੈ। ਫਰਜ਼ ਕਰੋ ਜੇ ਮਨੁੱਖ ਆਪਣੇ ਪਿਤਾ ਦਾ ਅਦਬ ਸਤਿਕਾਰ ਨਹੀਂ ਕਰਦਾ, ਉਹ ਗੱਲ ਚੱਲ ਜਾਏਗੀ, ਚਲੋ ਥੋੜੀ ਸੇਵਾ ਹੋ ਗਈ, ਗੱਲ ਹਜਮ ਹੋਣ ਵਾਲੀ ਹੈ। ਪਰ ਕਿਸੇ ਨੂੰ ਕੋਈ ਮਨੁੱਖ ਉੱਠ ਕੇ ਆਪਣਾ ਪਿਤਾ ਹੀ ਹੋਰ ਬਣਾ ਲਏ, ਉਹ ਗੱਲ ਸਵੀਕਾਰ ਕਰਨ ਯੋਗ ਨਹੀਂ ਹੈ। ਸੋ ਇਸ ਕਰਕੇ ਉਹ ਸ਼ਰਮ ਵਾਲੀ ਗੱਲ ਹੈ ਜਿਹੜਾ ਮਨੁੱਖ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ, ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਕਦੀ ਉਹ ਮਨੁੱਖ ਤਰਦੇ ਨਹੀਂ ਵੇਖੇ ਜਿਹੜੇ ਗੁਰੂ ਤੋਂ ਬਿਨਾਂ। ਵੇਖੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਿਹੜੀ ਗਾਂ ਦਾ ਵਛਾ ਹੈ, ਜੋ ਉਸ ਗਾਂ ਥੱਲੇ ਜਾਏਗਾ ਤੇ ਦੁੱਧ ਪ੍ਰਾਪਤ ਕਰੇਗਾ, ਤੇ ਜੇ ਉਹ ਮੱਝ ਥੱਲੇ ਜਾਏਗਾ ਤੇ ਉਹ ਆਪਣੇ ਮੂੰਹ ਤੇ ਛੜਾਂ ਖਾਏਗਾ, ਦੁੱਧ ਤੇ ਉਹਨੂੰ ਉੱਥੋਂ ਮਿਲੇਗਾ ਨਹੀਂ। ਸੋ ਇਸ ਕਰਕੇ ਉਹਨਾਂ ਉਦਾਹਰਨ ਦੇ ਕੇ ਸਮਝਾਇਆ ਵੀ ਤੂੰ ਜਿਹੜੇ ਗੁਰੂ ਦਾ ਸਿੱਖ ਹੈ, ਜਿਹੜੇ ਰੱਬ ਦਾ ਖਾਲਸਾ ਹੈ, ਉਹਦੇ ਕੋਲੋਂ ਮੰਗ, ਜੇ ਹੋਰਾਂ ਕੋਲੋਂ ਜਾਏਗਾ ਛੜਾਂ ਹੀ ਮਿਲਣਗੀਆਂ, ਜ਼ਿੰਦਗੀ ਵਿੱਚ ਤਰੱਕੀ ਕਦੇ ਨਹੀਂ ਮਿਲੇਗੀ। ਤੇ ਗੁਰੂ ਪਿਆਰੇ, ਬਹੁਤ ਵੱਡੀ ਜਿਹੜੀ ਸਿੱਖਿਆ ਅੱਜ ਭਾਈ ਸਾਹਿਬ ਨੇ ਦਿੱਤੀ ਹੈ ਗੁਰਬਾਣੀ ਦੇ ਰਾਹੀਂ, ਇਹ ਸਿੱਖਿਆ ਜੀਵਨ ਦੇ ਵਿੱਚ ਧਾਰ ਲਵਾਂਗੇ ਤਾਂ ਜੀਵਨ ਤਰ ਜਾਵੇਗਾ। ਜੇਕਰ ਇਹ ਚੂਕ ਹੋ ਗਈ, ਜਿਹੜੀਆਂ ਚੂਕਾਂ ਭਾਈ ਸਾਹਿਬ ਨੇ ਦੱਸੀਆਂ, ਗਲਤੀਆਂ ਕਿਤੇ ਹੋ ਗਈਆਂ, ਤਾਂ ਜੀਵਨ ਹੈ ਜਿਹੜਾ ਉਹ ਬਰਬਾਦ ਹੋ ਜਾਵੇਗਾ। ਇਸ ਕਰਕੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਲਈ, ਗੁਰਮਤ ਦੇ ਧਾਰਨੀ ਹੋਣ ਦੇ ਲਈ ਸਿੰਘ ਸਾਹਿਬ ਦੇ ਵੱਲੋਂ ਦੱਸੀਆਂ ਗਈਆਂ ਗੁਰਮਤ ਵਿਚਾਰਾਂ ਨੂੰ ਜੀਵਨ ਦੇ ਵਿੱਚ ਅਪਣਾਉਣ ਦੀ ਲੋੜ ਹੈ, ਤਾਂ ਜੋ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ। ਕਿਉਂਕਿ ਕਈ ਵਾਰ ਛੋਟੀਆਂ ਤਕਲੀਫਾਂ ਸਾਨੂੰ ਤਕਲੀਫਾਂ ਦਿੰਦੀਆਂ ਨੇ, ਕਿਉਂਕਿ ਅਸੀਂ ਗੁਰੂ ਦੇ ਉੱਪਰ ਭਰੋਸਾ ਨਹੀਂ ਕਰਿਆ, ਗੁਰੂ ਦੇ ਉੱਪਰ ਆਸ ਨਹੀਂ ਰੱਖੀ। ਅਸੀਂ ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਭਰੋਸਾ ਰੱਖਦੇ ਹੋਏ, ਖਾਲਸੇ ਦਾ ਨਿਆਰਾਪਣ ਜਿਹੜਾ ਉਹਨੂੰ ਕਾਇਮ ਰੱਖਦੇ ਹੋਏ ਚੜ੍ਹਦੀ ਕਲਾ ਦੇ ਵਿੱਚ ਰਹੀਏ। ਤੇ ਜਾਣ ਲੱਗੇ ਫਿਰ ਖਾਲਸੇ ਦੀ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸਿੰਘ ਸਾਹਿਬ ਸ਼ੁਕਰਾਨੇ ਜੀ, ਕੋਟਨ ਕੋਟ ਧੰਨਵਾਦ। ਆਪ ਜੀ ਨੇ ਵਡਮੁੱਲਾ ਗਿਆਨ, ਗੁਰੂ ਦਾ ਗਿਆਨ ਸੰਗਤਾਂ ਦੇ ਨਾਲ ਸਾਂਝਾ ਕੀਤਾ ਜੀ। ਸ਼ੁਕਰਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।